बिलावल महला तीजा कर पहला एक ओंकार सतगुर प्रसाद। त्रिग त्रिग खाया त्रिग त्रिग सोया, त्रिग त्रिग कापड़ अंग चढ़ाया। त्रिग त्रिग खाया त्रिग त्रिग सोया, त्रिग त्रिग कापड़ अंग चढ़ाया। त्रिग शरीर कुटुंब सहित स्यों, जित हुण खसम न पाया। पौड़ी छुड़की फिर हाथ न आवे, अहला जन्म गवाया। दूजा भाव न दे लिव लागण, जिन हर के चरण विसारे। जग जीवन दाता जन सेवक तेरे, तिनके तैं दुख निवारे। रहा तू दयाल दयापति दाता, क्या एह जंत विचारे। मुक्त बंध सब तुझ ते होए, ऐसा आख वखाणे। गुरमुख होवै सो मुक्त कहिए, मन मुख बंध विचारे। सो जन मुक्त जिस एक लिव लागी, सदा रहें हर नाले। तिनकी गहन गत कही न जाई, सच्चाई आप सवारे। परम पुल्हाने से मन मुख कहिए, ना उर्वार न पारे। जिसनो नदर करे सोई जन पाए, गुर का शब्द संभाले। हर जन माया माहे निस्तारे। नानक भाग होवै जिस मस्तक, कालह मार बिदारे। जिसनो नदर करे सोई जन पाए, गुर का शब्द संभाले। हर जन माया माहे निस्तारे। नानक भाग होवै जिस मस्तक, कालें मार बिदारे। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार बख्शिश, शाम समय असी सत्संगी बने हाँ। ये समा गुरबाणी व्याख्यान का है। इस विच बिलावल राग चलता पिया। बीते असी गुरु नानक साहब के शब्द विचार रहे सी। अज तो महला तीजा का सिरनामा प्रारंभ हो रहा है। सो जो पूरा सिरनामा है, जिन्हों असी कंप्लीट टाइटल ऑफ दिस शब्द कह सकते हैं, वह है बिलावल महला तीजा कर पहला एक ओंकार सतगुर प्रसाद। गुरु अमरदास साहब द्वारा उचरित की गई रचना। गायन करन लग्या जिथे बिलावल का प्रयोग करना है, उत्थे थाप गोचरे तालों वास्ते पहले करनों प्रयोग विच रखना है। इष्ट का मंगल है। मूल मंत्र का संक्षिप्त स्वरूप एक ओंकार सतगुर प्रसाद। अकाल पुरख वाहिगुरु एक है, ओंकार है, अविथ एक रस लगातारता नाल व्याप रहा है। उस परिपूर्ण हस्ती नाल जिहदी मौजूदगी, जिहदी कायमी दायमी दे नाल ही सब कुछ, आब खाक धरती पुलाड़ जिया जंत पशु पंछी मनुख सब कुछ हरकत विच है, सब कुछ विद्यमान है, मौजूद है। उस ओंकार जी की उस शक्ति का एहसास, आभास, उहदी सिद्धि साडी सुरत विच असीं अवेयर हो सकीए उहदे बारे। वो किवें पॉसीबल आ? सब कहंदे सतगुर प्रसाद, सच्चे गुरु की बख्शिश नाल।
ਸੱਚੇ ਗੁਰੂ ਦਾ ਪ੍ਰਸਾਦ ਤੁਹਾਨੂੰ ਵਿਜਨ ਨਹੀਂ ਬਣਾਏਗਾ ਉਸ ਲੈਵਲ ਤੇ। ਅੱਗੇ ਬਚਨ ਪ੍ਰਾਰੰਭ ਹੁੰਦਾ ਆ, ਰਹਾਉ ਦੇ ਪਦੇ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁਖ ਨਿਵਾਰੇ। ਰਹਾਉ ਗੁਰੂ ਅਮਰਦਾਸ ਸਾਹਿਬ ਦੀ ਰਚਨਾ ਆ। ਬਾਬਾ ਅਮਰਦਾਸ ਜੀ ਦੀ ਆਪ ਆਨੰਦ ਸਾਹਿਬ ਬਾਣੀ ਪੜ੍ਹਦੇ ਹੋ। ਇਹਦੇ 'ਚ ਗੱਲ ਆ ਰਹੀ ਆ, ਦੂਜਾ ਭਾਵ ਨਾ ਦੇਈ ਲਿਵ ਲਾਗਣ। ਲਿਵ ਦੀ ਗੱਲ ਹੋ ਰਹੀ ਹੈ ਇਹਦੇ 'ਚ। ਲਿਵ ਸ਼ਬਦ ਨਾਲ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੇਖੀਏ ਤਾਂ ਪਹਿਲੀ ਵਾਰੀ ਜਿਹੜੀ ਸਾਡੀ ਜਾਣ ਪਹਿਚਾਣ ਹੁੰਦੀ ਹੈ ਉਹ ਹੁੰਦੀ ਹੈ ਕਿ ਚੁੱਪੈ ਚੁੱਪ ਨਾ ਹੋਈ ਹੋਵਈ, ਜੇ ਲਾਏ ਰਹਾ ਲਿਵ ਤਾਰ। ਇਹਦੇ 'ਚ ਗੁਰੂ ਸਾਹਿਬ ਉਹ ਲਿਵ ਤਾਰ ਦੀ ਗੱਲ ਕਰਦੇ। ਇਹਦਾ ਸਿੰਪਲ ਜੀ ਟਰਾਂਸਲੇਸ਼ਨ ਇਹ ਬਣਦੀ ਹੈ, ਜਿਵੇਂ ਆਪਾਂ ਪਾਣੀ ਨੂੰ ਇੱਕ ਦੂਸਰੇ ਬਰਤਨ ਦੇ 'ਚ, ਇੱਕ ਉੱਪਰੋਂ ਇੱਕ ਬਰਤਨ 'ਚ ਪਾਈਏ, ਜੱਗ ਵਿੱਚੋਂ ਗਲਾਸ 'ਚ ਪਾਣੀ ਪਾ ਰਹੇ ਹਾਂ, ਅਤੇ ਉਹਦੀ ਇੱਕ ਸਿੱਧੀ ਤੌਰ 'ਤੇ ਇਸ ਤਰੀਕੇ ਦੇ ਨਾਲ ਲਾਈਨ ਬਣਦੀ ਹੈ ਪਾਣੀ ਦੀ, ਜਿਹਨੂੰ ਅਸੀਂ ਪਾਣੀ ਦੀ ਧਾਰ ਪੈਣੀ ਕਹਿੰਦੇ ਹਾਂ। ਆਪ ਦੇਖੋਗੇ ਉਹ ਇਤਨੀ ਸੋਲਿਡ ਨਹੀਂ ਹੁੰਦੀ। ਕੰਪੈਰੇਟਿਵਲੀ ਜੇ ਆਪਾਂ ਕਿਸੇ ਤੇਲ ਨੂੰ ਇਸ ਤਰੀਕੇ ਨਾਲ ਪਾਈਏ ਜੋ ਥੋੜ੍ਹਾ ਉਹਦੇ ਤੋਂ ਹੈਵੀ ਲਿਕੁਇਡ ਆ, ਉਹਦੀ ਇਸ ਤਰ੍ਹਾਂ ਧਾਰ ਪਾਓਗੇ ਬਿਲਕੁਲ ਐਨ ਸੋਲਿਡ ਹੋਏਗੀ। ਲਿਵ ਧਾਰ ਨੂੰ ਇਸ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਵੀ ਖਾਸ ਥਾਟ, ਕਿਸੇ ਵੀ ਖਾਸ ਆਈਡੀਆ ਦੇ ਉੱਤੇ ਅਸੀਂ ਬਿਲਕੁਲ 100% ਕੰਸਨਟਰੇਟ ਹੋ ਜਾਈਏ, ਜਿਵੇਂ ਉਹ ਤੇਲ ਦੀ ਧਾਰ ਆ। ਇਹਨੂੰ ਕਿਹਾ ਗਿਆ ਕਿ ਇਹ ਬੰਦੇ ਦੀ ਲਿਵ ਆ। ਸਿੰਪਲ ਐਕਸਪਲੇਨੇਸ਼ਨ ਇਹਦੀ ਇਸ ਤਰੀਕੇ ਨਾਲ ਆਉਂਦੀ ਹੈ। ਹੁਣ ਇਸ ਆਸ਼ੇ ਨੂੰ ਜੇ ਲਈਏ ਤੇ ਜੋ ਮੈਡੀਟੇਸ਼ਨ ਆ, ਬੰਦਾ ਜਸਟ ਕਿਸੇ ਇੱਕ ਥਾਟ ਦੇ ਉੱਤੇ ਕੰਸਨਟਰੇਟ ਕਰ ਰਿਹਾ ਹੈ। ਜੇ ਕੋਈ ਥਾਟ ਨਹੀਂ ਤੇ ਫਿਰ ਜਿਵੇਂ ਅੱਜ ਕੱਲ੍ਹ ਹੁੰਦਾ ਬਰੀਥਿੰਗ ਐਕਸਰਸਾਈਜ਼ ਹੁੰਦੀਆਂ ਨੇ, ਆਪਣੇ ਬ੍ਰੈਥ ਦੇ ਉੱਤੇ ਇਨਹੇਲ ਐਕਸਹੇਲ, ਜਸਟ ਉਹਦੇ 'ਤੇ ਕੰਸਨਟਰੇਟ ਕਰ ਰਿਹਾ। ਇਹਦੇ ਜ਼ਰੀਏ ਬੰਦੇ ਲੱਗਦਾ ਆਈ ਐਮ ਅਰਨਿੰਗ ਮਾਈ ਪੀਸ ਆਫ ਮਾਈਂਡ। ਨੋ ਡਾਊਟ ਅਸੀਂ ਖੁਦ ਕਾਉਂਸਲਿੰਗ ਦੇ ਵਿੱਚ, ਮਾਈਂਡਫੁਲਨੈਸ ਐਕਸਰਸਾਈਜ਼ ਦੇ ਵਿੱਚ ਸਾਰਾ ਕੁਛ ਹੀ ਕਰਾਉਂਦੇ ਹਾਂ। ਪਰ ਜੇ ਅਸੀਂ ਗੁਰਬਾਣੀ ਦੇ ਸਪਿਰਿਚੁਅਲ ਸਾਈਡ 'ਤੇ ਚਲੇ ਜਾਈਏ ਤੇ ਬਾਬਾ ਜੀ ਬਿਆਨ ਕਰਦੇ ਕਿ ਇਹ ਸਾਰੇ ਦਾ ਸਾਰਾ ਮਕੈਨਿਜ਼ਮ ਕਰਕੇ, ਮੈਥਡੋਲੋਜੀ ਅਡਾਪਟ ਕਰਕੇ ਕੋਈ ਬੰਦਾ ਸੋਚੇ ਕਿ ਮੈਂ ਬਹੁਤ ਹਾਇਰ ਲੈਵਲ 'ਤੇ ਕੁਝ ਸਪਿਰਿਚੁਅਲ ਸਾਈਡ 'ਤੇ ਇਨਲਾਈਟਮੈਂਟ ਵਾਲੇ ਪਾਸੇ ਚਲਾ ਜਾਵਾਂਗਾ, ਐਸਾ ਕੁਛ ਨਹੀਂ ਹੈਗਾ। ਇਹ ਤਾਂ ਜਸਟ ਵਕਤੀ ਤੌਰ 'ਤੇ ਤੁਸੀਂ ਕੁਝ ਸਮਾਂ ਸਪੈਂਡ ਕਰ ਰਹੇ ਹੋ, ਤੁਸੀਂ ਕੁਝ ਆਪਣੇ ਆਪ ਨੂੰ ਥੋੜ੍ਹਾ ਬਹੁਤਾ ਰਿਲੈਕਸਿੰਗ ਫੀਲ ਕਰ ਰਹੇ ਹੋ, ਇਹੋ ਜਿਹੀ ਚੀਜ਼ ਤਾਂ ਹੈ ਇਹਦੇ ਵਿੱਚ। ਬਟ ਕੋਈ ਅਧਿਆਤਮੀ ਤਲ 'ਤੇ ਬੰਦੇ ਦੇ ਅੰਦਰ ਕੁਝ ਪ੍ਰਾਪਤੀ ਹੋਏਗੀ, ਇਹਦੀ ਕੋਈ ਇਹਦੇ 'ਚ ਬਾਤ ਨਹੀਂ ਹੈ। ਕਿਉਂਕਿ ਉਹ ਤਾਂ ਜਿੰਨੀ ਦੇਰ ਤੱਕ ਹਿਊਮਨ ਕਰੈਕਟਰ ਦੇ ਵਿੱਚ ਕੁਝ ਬੈਟਰਮੈਂਟ ਨਹੀਂ ਹੁੰਦੀ, ਜਿਹਨੂੰ ਅਸੀਂ ਲਿਵਿੰਗ ਵਿਦ ਇੰਟੀਗ੍ਰਿਟੀ ਕਹਿੰਦੇ ਹਾਂ, ਟਰੂਥਫੁਲਨੈਸ ਕਹਿੰਦੇ ਹਾਂ, ਸੱਚਿਆਰਤਾ, ਕਿਵ ਸੱਚਿਆਰਾ ਹੋਈ ਹੈ, ਉਦੋਂ ਤੱਕ ਤਾਂ ਬੰਦਾ ਕੁਛ ਵੀ ਨਹੀਂ, ਜਿੰਨਾ ਮਰਜ਼ੀ ਵੱਡਾ ਦਾਅਵਾ ਕਰੇ। ਸੋ ਪਹਿਲੀ ਲਿਵ ਦੀ ਗੱਲ ਤੇ ਹੁੰਦੀ ਇਹ। ਹੁਣ ਆ ਜਾਓ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਗੁਰੂ ਅਮਰਦਾਸ ਸਾਹਿਬ ਦੇ ਆਨੰਦ ਸਾਹਿਬ ਦੇ ਵਿੱਚ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਹੁਣ ਉਹ ਸੱਚਿਆਰਤਾ ਦੀ ਗੱਲ ਉੱਥੇ ਅਸੀਂ ਦੇਖੀ ਤੇ ਇੱਥੇ ਸਾਚੀ ਲਿਵੈ ਬਿਨ, ਇਹ ਉਹ ਲਿਵ ਨਹੀਂ ਜਿਹੜੀ ਚੁੱਪੈ ਚੁੱਪ ਨਾ ਹੋਵੇ ਵਾਲੀ ਹੈ। ਇਹ ਲਿਵ ਹੈ ਜਦੋਂ ਕਿਸੇ ਹਾਇਰ ਲੈਵਲ ਦੇ ਥਾਟ ਦੇ ਉੱਤੇ ਤੁਸੀਂ ਕੰਸਨਟਰੇਟ ਕਰਦੇ ਹੋ। ਤੇ ਇਹ ਜਸਟ ਇੱਕ ਮਕੈਨਿਜ਼ਮ ਵੀ ਨਹੀਂ ਹੈਗਾ ਕਿ ਥੋੜ੍ਹੀ ਦੇਰ ਲਈ ਬੈਠੇ ਐਂਡ during my sitting I am trying to focus on any idea or any sort of thought. That is a great achievement for me. ਬਾਬਾ ਅਮਰਦਾਸ ਇਹਦੀ ਗੱਲ ਨਹੀਂ ਕਰ ਰਹੇ। ਬਾਬਾ ਅਮਰਦਾਸ ਗੱਲ ਕਰਦੇ ਇਹਦੇ 'ਚ ਜੀਵਨ ਦੇ ਉਸ ਲਹਿਜੇ ਦੀ, ਜਿਹਦੇ 'ਚ ਸਪੋਜ਼ ਤੁਸੀਂ ਕੋਈ ਕਮਿਟਮੈਂਟ ਕੀਤਾ ਆਪਣੇ ਆਪ ਨਾਲ, ਤੁਸੀਂ ਕੋਈ ਅਹਿਦ ਲਿਆ ਕਿਸੇ ਵਕਾਰ ਤੋਂ, ਕਿਸੇ ਕਮਜ਼ੋਰੀ ਤੋਂ, ਕਿਸੇ ਪੁਰਾਣੀ ਆਦਤ ਤੋਂ ਬਾਹਰ ਆਉਣ ਵਾਸਤੇ, ਤੇ ਉਹਦੇ 'ਤੇ ਫੋਕਸ ਹੀ ਨਹੀਂ ਕਰ ਪਾਏ। ਬੰਦਾ ਥੋੜ੍ਹੀ ਦੂਰ ਅੱਗੇ ਵਧਿਆ, ਉਸ ਲੈਵਲ 'ਤੇ ਉਹਦਾ ਧਿਆਨ ਭਟਕ ਗਿਆ, ਉਹ ਸੈਲਫ ਕਮਿਟਮੈਂਟ ਨੂੰ ਫੁਲਫਿਲ ਨਹੀਂ ਕਰ ਪਾਇਆ,
तो होया कि अपनियां नज़रां 'ਚ ही हौला हो गया। हुण वो बंदा की जिंदगी की हायर लैवल की खुशी माण पाएगा? कभी भी नहीं, क्योंकि अपने आप बारे विश्वास ही नहीं बनना कि मेरे च इन्ना सैल्फ कॉन्फिडेंस है, आई कैन डू समथिंग। नो, आनंद किवें मिलेगा? आनंद बाणी है ना सारी। ਉਹਦੀ बात की साची लिवै बिन देह निमाणी, जे चीज़ ना होई तो फिर चेते रखी ये जिहड़ी देह आ, शरीर आ, जीवन आ, ये निमाणा रहेगा, ਇਹਦਾ तेरिया नज़रां 'ਚ ਇਹਦਾ माण नहीं रह जाना। ये गल हो रही है ਇਹਦੇ 'ਚ। फिर थोड़ा अगे आ जाओ, सेम आनंद साहब बाणी दे विच असीं बचन पढ़ते हाँ, महाराज बयान करते, जां तिस भाणा तां जम्मिया परवार भला पाया, लिव छुड़की लगी तृष्णा माया अमर वरताया। हुण इत्थे गुरु साहब कहते लिव छुड़की, आ जिहड़ा बचन अज आ रहा इत्थे, दूजा भाव न देई लिव लागण जिन हर के चरण विसारे। उत्थे जगे जाके गुरु अमरदास फिर कहते कि यह माया जित हर विसरै मोह उपजै भाव दूजा लाया। बंदे दे अंदर जिहड़ी एक्चुअल लिव, जिथे साडी वाकया च ही जिस साइड ते सानू कंसनट्रेट करना चाहिए, जिस चीज़ नू सानू अटेंशन पे करनी चाहिए है, असी उहदे तो दूर होई जा रहे हैं। हुण होर सिंपल करके बयान करते हैं, यत्न करते हैं समझण दा। दूजा भाव न देई लिव लागण, किसी भी कारज नू करन दे वैसे तो बड़े मैथड ने धरती के उत्ते, तुसीं ईवन मैथमैटिक्स भी देखते हो, एक कोई स्पैशल तौर पर कोई मैथ का क्वेश्चन है, उन्होंने करने दे 3 4 5 7 फार्मूले होणगे। जीवन दे विच वखरे वखरे क्रियाकलाप कामकार करने वास्ते किसी का अपना तरीका है, किसी का अपना तरीका है। या असी सोहला साहब की बाणी जिवें पढ़ते हैं, 6 घर 6 गुर 6 उपदेश, गुरु गुरु एको वेस अनेक। 6 घर 6 गुर 6 उपदेश। क्या गया कि ये मल्टीपल लैवल ते वक्रियां वक्रियां अप्रोचेस ने जीवन दे विच, जीवन दे दर्शन नू, जीवन दे मनोरथ नू, जीवन दे इस पूरे संकल्प नू, कंपोनेंट नू समझण वास्ते बंदे दी व्यू पॉइंट दे अकॉर्डिंगली ये बात इस रूप में आई। मगर ये सब हुंदियां हुंदियां भी एक लैवल ते आवांगे, एक यूनीवर्सल क्राइटेरिया है। मैथड तुहाडा कोई भी होए, पर वो यूनीवर्सल क्राइटेरिया नू जिहड़ा हैगा वो मीट करना चाहिए। जे उन्होंने मीट करेगा तां रिजल्ट्स निकलणगे। सपोज जमीन दे विच बीज बीजना, तुसीं उसनूं किसी इंस्ट्रूमेंट की हैल्प नाल भी बीज सकते हो, किसी मशीन की हैल्प नाल भी बीज सकते हो। तुसीं अपने हत्थां नाल ही मिट्टी पट के ते फिर उन्होंने विच रख के उहदे उत्ते मिट्टी पा सकते हो। मतलब ये सारे तरीके हो सकते हैं, पर जिहड़ा उहदा उगना आ वो तुहाडे बीजण दे तरीके ते बहुता डिपेंड नहीं करता। बीजण का तरीका कोई भी होए, उगण का क्राइटेरिया की होएगा, उसनूं एक सर्टन टाइप का टाइम पीरियड चाहिए। उस टाइम पीरियड दे विच उसनूं एक सर्टन लैवल का मोइस्चर चाहिए, एक सर्टन लैवल का जिहड़ी हैगी उन्होंने गर्मी चाहिए, उस वार्म सरफेस चाहिए। फिर उहदे अकॉर्डिंगली ही उन्होंने आले दुआले तो उहो जिहा समा चाहिए, रुत चाहिए, सीजन चाहिए, तां उगेगा। ये यूनीवर्सल क्राइटेरिया है। जे इस यूनीवर्सल क्राइटेरिया नूं तुसीं नहीं मीट करोगे, तुसीं जिवें मर्जी बीजदे हो, मशीन नाल बीजदे हो, हत्थ नाल बीजदे हो, वैसे सट्टदे हो, वो नहीं उगेगा। एग्जैक्टली जिहड़ा ये जीवन है साडा, इहदे विच तुसीं कोई कामकार, कोई चॉइस अपनी बना लो, अर्निंग करने वास्ते, लाइफ स्टाइल अपना जिहड़ा हैगा अडॉप्ट करने वास्ते, कुछ भी, पर एक यूनीवर्सल क्राइटेरिया आ। क्राइटेरिया ये हैगा है, किसी नूं दुखी करके मैं सुखी नहीं रह सकता। ये मेरे जहन च पक्का हो जाना चाहिए, क्योंकि जिहड़ा सुख है, जिहड़ी खुशी है, जिहड़ा शब्द च जाके मुकना है ना, वो हैगा तिनके दुख निवारे। गुरु अमरदास साहब दुख की निर्वृत्ति की गल करन लगे ने। हुण जिथे कशिश ये है कि मैं अपना फायदा, अपना बेनीफिट, अपना कोई फायदा लै लवां तो उहदे विच किसी नूं यूज़ कर ला, किसी नूं इस्तेमाल कर लवां, किसी का नुकसान कर लवां, ये दूजा भाव आ। संसार दे विच मोस्टली इस किस्म की क्लैवरनेस जिहड़ी है ये बंदा लैके तुरिया जाता है, देखदा भी है सब कुछ अपनी अखां दे नाल,
ਵੀ ਇਹ ਬੈਨੀਫੀਸ਼ੀਅਲ ਨਹੀਂ ਹੈਗਾ। ਬਟ ਕੀ ਕੀਤਾ ਜਾਏ, ਮਾਈਂਡ ਦੀ ਜਿਹੜੀ ਹੈ ਕਸ਼ਿਸ਼ ਉਸ ਪਾਸੇ ਹੈ, ਲਿਵ ਉਸ ਪਾਸੇ ਲੱਗੀ ਹੈ, ਉਸ ਨੂੰ ਤੋੜ ਹੀ ਨਹੀਂ ਪਾ ਰਿਹਾ। ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਦੂਜਾ ਭਾਉ ਨਾ ਦੇਈ ਲਿਵ ਲਾਗਣ। ਜਿਹੜਾ ਇਹ ਭਾਉ ਆ, ਤੇ ਇਹਦੇ ਲਈ ਸਾਡੇ ਕੋਲ ਐਗਜ਼ਾਮਪਲਸ ਹੁੰਦੀਆਂ ਆਲੇ ਦੁਆਲੇ ਦੇ ਵਿੱਚ। ਐਗਜ਼ਾਮਪਲਸ ਇਹ ਨੇ, ਹੁਣ ਮੈਂ ਬਹੁਤ ਸਰਲ ਕਰ ਦਿੰਦਾ ਵਾਂ। ਆਪਾਂ ਸਿੱਖੀ ਦੇ ਲਹਿਜ਼ੇ 'ਚ ਬਾਤ ਕਰਦੇ ਹਾਂ। ਆਪ ਗੁਰਦੁਆਰੇ ਦੀ ਹਦੂਦ ਵਿੱਚ ਬੈਠੇ ਹੋ। ਗੁਰਦੁਆਰੇ ਦਾ ਮਤਲਬ ਕੀ ਹੈ? ਗੁਰਦੁਆਰੇ ਦਾ ਮਤਲਬ ਹੈ ਤਿਆਗ, ਪਿਆਰ, ਸੇਵਾ, ਗੁਰਬਾਣੀ, ਗੁਰਬਾਣੀ ਦਾ ਸਤਿਕਾਰ, ਮਨੁੱਖਤਾ ਦੀ, ਮਾਨਵਤਾ ਦੇ ਪ੍ਰਤੀ ਸਾਡਾ ਡੈਡੀਕੇਸ਼ਨ। ਇਹ ਸਭ ਗੁਰਦੁਆਰਾ ਹੈ। ਤੁਸੀਂ ਉੱਥੋਂ ਨਿਕਲਦੇ ਹੋ, ਜੋੜੇ ਉਤਾਰਦੇ ਹੋ, ਹੱਥ ਧੋਂਦੇ ਹੋ, ਸਿੱਧਾ ਸੀਸ ਝੁਕਾ ਕੇ ਸਿਜਦਾ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਅੱਗੇ ਆ ਕੇ ਨਤਮਸਤਕ ਹੁੰਦੇ ਹੋ। ਜੋ ਤੁਹਾਡੀ ਭਾਵਨੀ ਉਹਦੇ ਮੁਤਾਬਕ ਅੱਗੇ ਭੇਟਾ ਰੱਖਦੇ ਹੋ। ਜਿੰਨਾ ਤੁਹਾਡੇ ਕੋਲ ਸਮਾਂ ਅਲਾਓ ਕਰਦਾ, ਦਰਬਾਰ ਦੀ ਸੇਵਾ ਕਰਤੀ, ਲੰਗਰ ਦੀ ਸੇਵਾ ਕਰਤੀ, ਇਸ ਸਾਰਾ ਕੁਝ ਇਸ ਚੀਜ਼ 'ਚ ਇਹ ਸਿੱਖੀ ਹੈ। ਇਹ ਸਾਡੀ ਵਿਰਾਸਤ ਸਾਨੂੰ ਮਿਲੀ, ਸਾਡੇ ਵਿਰਸੇ ਨੇ ਸਾਨੂੰ ਸਿਖਾਇਆ। ਸਾਡਾ ਘਰ ਬੜਾ ਸੋਹਣਾ ਹੋਏ, ਦੈਟਸ ਨੋਟ ਐਨਫ ਜਿੰਨੀ ਦੇਰ ਤੱਕ ਸਾਡਾ ਗੁਰਦੁਆਰਾ ਸੋਹਣਾ ਨਹੀਂਗਾ। ਸਾਨੂੰ ਸਿਖਾਇਆ ਅਸੀਂ ਰੋਟੀ ਖਾਂਦੇ ਹੋਏ, ਇਟਸ ਨੋਟ ਅ ਬਿਗ ਡੀਲ। ਬਿਗ ਡੀਲ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਕੋਈ ਭੁੱਖਾ ਆਵੇ, ਸਾਡੀ ਕਮਿਊਨਿਟੀ ਉਸ ਕਿਚਨ ਦੇ ਵਿੱਚ, ਉੱਥੋਂ ਕੋਈ ਭੁੱਖਾ ਨਾ ਚਲਾ ਜਾਏ। ਇਹ ਚੀਜ਼ ਨਾਲ ਆਈ, ਇਹਦੇ 'ਚੋਂ ਸਿੱਖ ਸਮਾਜ ਬਿਲਟ ਹੋਇਆ। ਜਿੱਥੇ ਸਿੱਖ ਸਮਾਜ, ਸਿੱਖ ਪਰਿਵਾਰ ਇਸ ਕਿਸਮ ਦੀ ਸੋਚ ਨਾਲ ਪਨਪ ਰਹੇ ਹੋਣ, ਇਸ ਕਿਸਮ ਦੀ ਸੋਚ ਨਾਲ ਜਾ ਰਹੇ ਹੋਣ, ਉੱਥੇ ਕੁਝ ਇਹੋ ਜਿਹਾ ਤੁਹਾਨੂੰ ਪੋਲੀਟੀਕਲ ਮਾਡਲ ਮਿਲੇ ਕਿ ਜਿਵੇਂ ਪੰਜਾਬ ਦੀ ਫਿਜ਼ਾਂ ਦੇ ਵਿੱਚ ਇੱਕ ਖਾਸ ਪੋਲੀਟੀਕਲ ਪਾਰਟੀ ਇੱਕ ਪਰਿਵਾਰ ਚਲਾਉਂਦਾ ਅਤੇ ਬੇਈਮਾਨੀ ਦੀ ਇੰਤਹਾ, ਮਤਲਬ ਹਰ ਤਰ੍ਹਾਂ ਦਾ ਕਰਪਸ਼ਨ, ਸਾਰਾ ਕੁਛ ਉਹਨਾਂ ਦੇ ਨਾਂ ਲੱਗਦਾ। ਕੋਈ ਕਿਸੇ ਨੂੰ ਇਹਦੇ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸੀਂ ਸਭ ਜਾਣਦੇ ਇਸ ਰੂਪ ਦੇ ਵਿੱਚ ਹਮੇਸ਼ਾ ਚਰਚਾ ਹੁੰਦੀ ਸਭ ਤਰੀਕੇ ਦੇ ਨਾਲ। ਅਤੇ ਉਸ ਸਾਰੇ ਦੇ ਵਿੱਚੋਂ ਜਿਹੜਾ ਯਥਾ ਰਾਜਾ ਤਥਾ ਪ੍ਰਜਾ ਆਈਡੀਅਲ ਕੀ ਸੈੱਟ ਹੋ ਗਿਆ ਕਿ ਲੈ, ਲੋਕ ਕਹਿੰਦੇ ਬੇਈਮਾਨਾ ਨਹੀਂ ਕਰਨਾ ਚਾਹੀਦਾ, ਲੋਕ ਕਹਿੰਦੇ ਕਿਸੇ ਨੇ ਠੱਗੀ ਨਹੀਂ ਕਰਨੀ ਚਾਹੀਦੀ, ਇਹ ਸਭ ਕੁਝ ਜ਼ੁਲਮ ਨਹੀਂ ਕਰਨਾ ਚਾਹੀਦਾ। ਉਹ ਦੇਖੋ ਕਰਕੇ ਸਾਰਾ ਕੁਝ ਹਜਮ ਕਰੀ ਬੈਠੇ ਨੇ, ਉਹ ਮੌਜਾਂ ਲੁੱਟਦੇ ਨੇ, ਉਹ ਮਤਲਬ ਸਾਰਾ ਟੱਬਰ ਹੀ ਜਿਹੜਾ ਹੈਗਾ ਰਾਜ ਗੱਦੀਆਂ ਭੋਗਦਾ ਰਿਹਾ ਸਭ ਕੁਛ। ਸੋ ਆਈਡੀਅਲ ਕੀ ਬਣ ਗਿਆ? ਆਈਡੀਅਲ ਬਣ ਗਿਆ ਵੀ ਹੂ ਕੇਅਰ। ਜ਼ਰੂਰੀ ਨਹੀਂ ਵੀ ਐਥਿਕਸ ਦੀ ਤੁਸੀਂ ਜੀਣਾ ਹੁੰਦਾ, ਜ਼ਰੂਰੀ ਨਹੀਂ ਪ੍ਰਿੰਸੀਪਲ ਨੂੰ ਫੋਲੋ ਕਰਨਾ ਹੁੰਦਾ। ਇਸ ਕਿਸਮ ਦੀ ਸੋਚ ਦੇ ਨਾਲ ਉਹ ਜਿਹੜਾ ਜੀਵਨ ਜੀਣ ਦਾ ਤਰੀਕਾ ਆ, ਬੇਈਮਾਨੀ ਕਰ ਲਓ, ਝੂਠ ਬੋਲ ਲਓ, ਠੱਗੀ ਕਰ ਲਓ, ਲੋੜ ਨਹੀਂ ਹੈ ਸਿੱਖੀ ਜਿਹੜਾ ਅਸੂਲਾਂ ਨੂੰ, ਪ੍ਰਿੰਸੀਪਲ ਸਟੈਂਡਰਡਸ ਨੂੰ ਫੋਲੋ ਕਰਨ ਦੀ। ਹੂ ਕੇਅਰ, ਇਸ ਕਿਸਮ ਦੀ ਬਾਤ ਆ ਗਈ। ਇਹਦੇ 'ਚੋਂ ਫਿਰ ਦੂਜਾ ਭਾਵ ਆਏਗਾ। ਇਹਦੇ 'ਚ ਭਾਈ ਗੁਰਦਾਸ ਜੀ ਦਾ ਇੱਕ ਪਦਾ ਆ ਬੜਾ ਖੂਬਸੂਰਤ। ਉਹ ਕਹਿੰਦੇ ਵੀ ਇਹ ਦੁਨੀਆ ਦੇ ਲੋਕੋ, ਤੁਹਾਨੂੰ ਕੁਝ ਕਈ ਵਾਰੀ ਐਗਜ਼ਾਮਪਲਸ ਮਿਲਦੀਆਂ ਨੇ ਬੜੀਆਂ ਐਕਸਟ੍ਰੀਮ। ਉਹ ਕਹਿੰਦੇ ਕਿ ਚੜ੍ਹ ਖਜੂਰੀ ਜੀਵਿਆ, ਚੜ੍ਹ ਖਜੂਰੀ ਝੜੈ ਨਾ ਕੋਏ, ਉੱਜੜ ਗਿਆ ਨਾ ਮਾਰੀਐ, ਉੱਜੜ ਰਾਹ ਨਾ ਚੰਗਾ ਹੋਏ। ਉਹ ਕਹਿੰਦੇ ਸਪੋਜ਼ ਕਰੋ ਕਿਸੇ ਬੰਦੇ ਦਾ ਲੱਕ ਵਗੈਰਾ ਪੀੜ ਕਰਦਾ ਹੋਏ, ਉਦੋਂ ਕੋਈ ਪ੍ਰੋਬਲਮ ਹੋਏ, ਉਦੋਂ ਜਿਹੜੀ ਬੈਕ ਪੇਨ ਹੁੰਦੀ ਹੋਏ, ਅਤੇ ਉਹ ਕਿਤੇ ਸਮਹਾਓ ਖਜੂਰ ਦੇ ਦਰਖਤ 'ਤੇ ਚੜ੍ਹ ਜਾਏ, ਅਤੇ ਖਜੂਰ ਦੇ ਦਰਖਤ ਦੇ ਉੱਤੇ ਚੜ੍ਹਦੇ ਚੜ੍ਹਦਾ ਹੱਥ ਫਿਸਲੇ ਜਾਂ ਉੱਤੋਂ ਛਾਲ ਮਾਰਦੇ ਅਤੇ ਥੱਲੇ ਡਿੱਗੇ, ਅਤੇ ਥੱਲੇ ਡਿੱਗ ਕੇ ਇੱਕ ਤਾਂ ਬਚ ਜਾਏ ਅਤੇ ਦੂਜਾ ਉਹਦਾ ਜਿਹੜੀ ਹੈ ਉਹਦੇ ਬੈਕ ਪੇਨ ਠੀਕ ਹੋ ਜਾਏ। ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਇਹ ਗਲਤੀ ਨਾ ਕਰਿਆ ਜੇ ਪਲੀਜ਼, ਮੈਂ ਤੁਹਾਨੂੰ ਕਹਿ ਰਿਹਾ। ਤੁਸੀਂ ਖਜੂਰ 'ਤੇ ਚੜ੍ਹ ਕੇ ਛਾਲ ਨਾ ਮਾਰ ਦਿਆ ਜੇ। ਮਤਲਬ ਤੁਸੀਂ ਇਹ ਸੋਚੋ ਕਿ ਇਹ ਯੂਨੀਵਰਸਲ ਕ੍ਰਾਈਟੀਰੀਆ ਹੈ ਵੀ ਖਜੂਰ 'ਤੇ ਚੜ੍ਹ ਕੇ ਡਿੱਗਿਆਂ ਬੰਦੇ ਦੇ ਲੱਕ ਦੀ ਪੀੜ ਠੀਕ ਹੋ ਜਾਂਦੀ ਹੈ। ਜਾਂ ਇੱਕ ਜੋਕ ਵੀ ਕਈ ਵਾਰੀ ਇਸ ਕਿਸਮ ਦੇ ਨਾਲ ਲੋਕ ਬੜੇ ਬਲਾਸ 'ਚ ਬਾਤ ਕਰਦੇ ਕਿ ਕੋਈ ਸ਼ਖਸ ਵਿਚਾਰਾ ਉਹ ਦਰਖਤ 'ਤੇ ਚੜ੍ਹ ਗਿਆ ਕਿਸੇ ਭੁਲੇਖੇ ਦੇ ਉੱਤੇ ਜਾ ਕੇ, ਉਹਨੂੰ ਹੁਣ ਡਰ ਲੱਗੇ ਥੱਲੇ ਨਾ ਉਤਰ ਪਾਏ, ਉਹ ਆਲੇ ਦੁਆਲੇ ਆਵਾਜ਼ਾਂ ਮਾਰੇ, ਉਹ ਮੇਰੀ ਹੈਲਪ ਕਰੋ, ਮੈਂ ਉਤਰ ਨਹੀਂ ਸਕਦਾ, ਪੌੜੀ ਲਿਆਓ, ਕੁਛ ਲਿਆਓ। ਕੋਈ ਪਿੰਡ ਦਾ ਸਿਆਣਾ ਸੱਜਣ ਕੋਲ ਆਇਆ, ਉਸਨੇ ਕਿਹਾ ਅੱਛਾ ਇਹ ਚੜ੍ਹ ਗਿਆ, ਕਹਿੰਦੇ ਇਹਨੂੰ ਤਾਂ ਹੁਣ ਉਤਾਰ ਦਿੰਦੇ ਆ। ਕਹੋ ਕਿਵੇਂ? ਕਹਿੰਦੇ ਮੈਂ ਦੱਸਦਾ ਤੁਹਾਨੂੰ, ਰੱਸਾ ਲਿਆਓ। ਰੱਸਾ ਲਿਆਂਦਾ, ਉੱਪਰ ਸੱਟਿਆ, ਉਹਨੂੰ ਫੜਾਇਆ, ਉਹਨੇ ਫੜ ਲਿਆ, ਉੱਪਰ ਟਾਹਣੀ 'ਤੇ ਬੈਠੇ ਨੇ। ਕਹਿੰਦੇ ਕੀ ਕਰਨਾ? ਕਹਿੰਦੇ ਆਪਣੇ ਲੱਕ ਨੂੰ ਬੰਨ੍ਹਣਾ ਜ਼ੋਰ ਲਾ ਕੇ, ਕੱਸ ਕੇ। ਉਹ ਕੱਸ ਕੇ ਲੱਕ ਨੂੰ ਬੰਨ੍ਹ ਲਿਆ ਉਸਨੇ, ਐਨ ਪੂਰੀ ਤਰ੍ਹਾਂ ਜਿਹੜਾ ਹੈਗਾ ਨੋਡਿੰਗ ਕਰਕੇ, ਗੰਡਾ ਗੁੰਡਾ ਦੇ ਕੇ। ਅਤੇ ਉਹ ਕਹਿੰਦੇ ਵੀ ਹੁਣ ਜ਼ੋਰ ਲਾ ਕੇ ਝਟਕਾ ਮਾਰ ਕੇ ਖਿੱਚੋ ਇਹਨੂੰ। ਉਹਨੂੰ ਜ਼ੋਰ ਲਾ ਕੇ ਝਟਕਾ ਮਾਰ ਕੇ ਖਿੱਚਿਆ, ਥੱਲੇ ਡਿੱਗਾ ਅਤੇ ਡਿੱਗਦੇ ਮਰ ਗਿਆ। ਵਿਚਾਰੇ ਨੂੰ ਸੱਟ ਲੱਗੀ ਬੜੀ ਬੁਰੀ ਤਰ੍ਹਾਂ, ਨਹੀਂ ਵੈਸੇ ਹੀ ਡਿੱਗਣਾ ਸੀਗਾ, ਜੋ ਜ਼ੋਰ ਲਾ ਕੇ ਝਟਕਾ ਮਾਰਿਆ ਅਤੇ ਸਾਰੇ ਉਹਦੇ ਦੁਆਲੇ ਹੋ ਗਏ। ਕਹਿੰਦੇ ਤੂੰ ਦੇਖ ਬੰਦਾ ਮਾਰਦਾ, ਤੂੰ ਇਹਨੂੰ ਸੁਜੈਸ਼ਨ ਦਿੱਤਾ ਵੀ ਇਸ ਤਰੀਕੇ ਨਾਲ ਕਰੋ। ਕਹਿੰਦਾ ਵੀ ਗੱਲ ਇਹ ਆਪੋ ਆਪਣੀ ਕਿਸਮਤ ਦੀ ਗੱਲ ਹੈ।
2 दिन पहला मैं इस तो भी ज़्यादा ये तो एडी उच्ची दूरी ते है, इस तो भी ज़्यादा दूर सीगा, बंदा खूह च डिग्या तो उन्होंने सेम रस्सा बन के ਉਹ ਰੱਸਾ ਸੱਟਿਆ ਥੱਲੇ ਤੇ ਉਹਦੇ ਲੱਕ ਨੂੰ ਬਣਾਇਆ ਤੇ ਐਵੇਂ ਝਟਕੇ ਮਾਰੇ, ਇਹਨੂੰ ਤੇ ਇੱਕ ਮਾਰਿਆ 2-3 ਮਾਰੇ ਝਟਕੇ, ਉਹ ਬਾਹਰ ਆ ਕੇ ਜਿਉਂਦਾ ਤੁਰਿਆ ਫਿਰਦਾ। ਮੈਂ ਤੁਹਾਨੂੰ ਵਿਖਾ ਦੇਣਾ, ਕਿਸਮਤ ਦੀ ਗੱਲ ਆ। ਉਹ ਕਹਿੰਦੇ ਆ ਪਾਗਲ ਹੈ ਕਿ ਨਹੀਂ। ਉਹ ਭਲਿਆ ਤੈਨੂੰ ਪਤਾ ਨਹੀਂ ਦਰਖਤ ਦੇ ਉੱਪਰੋਂ ਥੱਲੇ ਡਿੱਗਣਾ ਤੇ ਖੂਹ ਚੋਂ ਬਾਹਰ ਨਿਕਲਣਾ। ਲੌਜਿਕ ਨੂੰ ਯੂਜ਼ ਕਰਨਾ, ਤਰਕ ਨੂੰ ਯੂਜ਼ ਕਰਨਾ, ਵਿਵੇਕ ਦਾ ਇਸਤੇਮਾਲ ਕਰਨਾ। ਦੂਸਰੇ ਨੰਬਰ ਤੇ ਹੋ ਸਕਦਾ ਆ ਮਦਰ ਨੇਚਰ ਦਾ ਲਾ ਆ, ਕਈ ਵਾਰ ਚੀਜ਼ਾਂ ਬੜੀਆਂ ਐਕਸੈਪਸ਼ਨਲ ਵੀ ਹੋ ਜਾਂਦੀਆਂ। ਭਾਈ ਗੁਰਦਾਸ ਜੀ ਕਹਿੰਦੇ ਖਜੂਰ ਤੋਂ ਚੜ੍ਹ ਕੇ ਕੋਈ ਥੱਲੇ ਡਿੱਗ ਕੇ ਬਚ ਗਿਆ, ਤੁਸੀਂ ਛਾਲ ਨਾ ਮਾਰਿਓ, ਹੋ ਸਕਦਾ ਤੁਹਾਡੀ ਲੱਤ ਟੁੱਟ ਜਾਏ। ਚੜ੍ਹ ਖਜੂਰੀ ਜੀਵਿਆ, ਚੜ੍ਹ ਖਜੂਰੀ ਚੜ੍ਹੈ ਨਾ ਕੋਏ, ਉੱਜੜ ਗਿਆ ਨਾ ਮਾਰੀਏ। ਕਿਸੇ ਨੇ ਉਜਾੜੇ ਦਾ ਰਾਹ ਐਕਸੈਪਟ ਕੀਤਾ ਤੇ ਬਚ ਕੇ ਆ ਗਿਆ। ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਨਾ ਜਾਇਆ ਜੇ, ਹੋ ਸਕਦਾ ਤੁਸੀਂ ਲੁੱਟ ਜਾਓ ਉੱਥੇ, ਹੋ ਸਕਦਾ ਤੁਹਾਨੂੰ ਕੋਈ ਜਾਨਵਰ ਖਾ ਜੇ, ਹੋ ਸਕਦਾ ਤੁਹਾਨੂੰ ਕੋਈ ਨੁਕਸਾਨ ਹੋ ਜੇ। ਮੌਲਿਕ ਗੱਲ ਇਹ ਹੈ, ਜ਼ਿੰਦਗੀ ਜੀਣ ਦਾ ਇੱਕ ਯੂਨੀਵਰਸਲ ਕ੍ਰਾਈਟੀਰੀਆ ਆ। ਕੋਈ ਬੱਚਾ ਐਗਜ਼ਾਮ ਵਿੱਚ ਬੈਠਾ, ਉਹਨੇ ਕਿਸੇ ਤਰੀਕੇ ਨਾਲ ਨਕਲ ਮਾਰ ਕੇ ਪੇਪਰ ਪਾਸ ਕਰ ਲਿਆ, ਇੱਕ ਯੂਨੀਵਰਸਲ ਕ੍ਰਾਈਟੀਰੀਆ ਥੋੜ੍ਹਾ ਹੈ ਸਾਰੇ ਕਹਿਣ ਵੀ ਬਸ ਪੜ੍ਹਨ ਦੀ ਲੋੜ ਹੀ ਨਹੀਂ, ਉੱਥੇ ਬੈਠਾਂਗੇ ਨਕਲ ਮਾਰ ਕੇ। ਭਾਈ ਇਹ ਕਾਠ ਦੀਆਂ ਹਾਂਡੀਆਂ ਚੜ੍ਹਦੀਆਂ ਨੇ ਕਦੇ? ਇਵੇਂ ਕੋਈ ਜ਼ਿੰਦਗੀ ਕੈਰੀਅਰ ਬਣਦੇ ਨੇ ਕਿਸੇ ਦੇ? ਕੀ ਪਾਗਲਪਨ ਆ। ਕੋਈ ਬੰਦਾ ਕਿਸੇ ਚੋਰੀ ਚਕਾਰੀ ਕਰਦਾ ਫੜਿਆ ਨਹੀਂ ਜਾਂਦਾ, ਇਹਦਾ ਮਤਲਬ ਇਹ ਨਹੀਂ ਕਿ ਇੱਕ ਯੂਨੀਵਰਸਲ ਕ੍ਰਾਈਟੀਰੀਆ ਬਣ ਗਿਆ ਨਾ। ਯੂਨੀਵਰਸਲ ਕ੍ਰਾਈਟੀਰੀਆ ਇਹੀ ਹੈ, ਬੰਦਾ ਓਨੈਸਟ ਹੋਵੇ, ਬੰਦਾ ਇਮਾਨਦਾਰ ਹੋਵੇ, ਬੰਦਾ ਹਾਰਡ ਵਰਕਿੰਗ ਹੋਏ, ਬੰਦਾ ਜੀਵਨ ਦੇ ਕਿਸੇ ਅਸੂਲਾਤਮਕ ਪੱਖ ਨੂੰ ਅਡਾਪਟ ਕਰਕੇ ਐਕਸੈਪਟ ਕਰਕੇ ਅੱਗੇ ਵਧੇ। ਇਹ ਲਿਵ ਲੱਗਣੀ ਚਾਹੀਦੀ ਹੈ। ਮੈਂ ਟਰੁਥਫੁਲਨੈਸ ਨਾਲ ਜੀਣਾ ਆ, ਇੰਟੀਗ੍ਰਿਟੀ ਦਾ ਲੈਵਲ ਜਿਹੜਾ ਜ਼ਿੰਦਗੀ ਦੇ ਗੁਣਾਤਮਕ ਪੱਖ ਵਾਲਾ ਲੈਵਲ ਹੈ, ਇਹ ਕਦੀ ਵੀ ਲੋ ਨਹੀਂ ਹੋਣਾ ਚਾਹੀਦਾ। ਬਾਬਾ ਅਮਰਦਾਸ ਕਹਿੰਦੇ ਇਹਦੇ ਤੇ ਤਰਜੀਹ ਦੇਈ, ਇਹਦੇ ਤੇ ਫੋਕਸ ਕਰੀ, ਅਦਰਵਾਈਜ਼ ਦੂਜਾ ਭਾਵ ਨਾ ਦੇਈ ਲਿਵ ਲਾਗਣ। ਤੇ ਜੇ ਐਵੇਂ ਦੀਆਂ ਐਕਸੈਪਸ਼ਨਸ ਐਗਜ਼ਾਮਪਲ ਦੇਖੇਂਗੇ ਨਾ ਆਲੇ ਦੁਆਲੇ ਵੀ ਲੈ ਉਹ ਰਾਜਾ ਬਣ ਗਿਆ, ਉਹਦਾ ਕੀ ਵਿਗੜ ਗਿਆ, ਉਹ ਭਾਈ ਐਵੇਂ ਹੀ ਆ, ਕਿਤੇ ਕੋਈ ਚਾਂਸ ਹੋ ਗਿਆ, ਨੈਵਰ ਨੋ ਤੇਰਾ ਕੀ ਬਣੇਗਾ। ਤੇ ਅਜੋਂ ਸੁਣਾਓ ਸਮੁੰਦਰ ਮੈਂ, ਅਜੇ ਬੇੜੀ ਪਾਣੀ ਵਿੱਚ ਹੀ ਹੈ। ਕੱਲ ਦੇ ਰਾਜੇ, ਇਹ ਤੇ ਅਜੇ ਕੱਲ੍ਹ ਦੀਆਂ ਗੱਲਾਂ ਨੇ, ਅਸੀਂ ਸਾਰਿਆਂ ਨੇ ਦੇਖਿਆ ਸਾਰਾ ਤਮਾਸ਼ਾ। ਗੱਦਾਫੀ ਦੇ ਬਾਰੇ ਤੁਸੀਂ ਇੰਟਰਨੈਟ 'ਤੇ ਜਾ ਕੇ ਪੜ੍ਹੋ ਥੋੜ੍ਹਾ ਬਹੁਤਾ, ਸਦਾਮ ਬਾਰੇ ਪੜ੍ਹੋ, ਤੁਸੀਂ ਦੁਨੀਆ ਦੇ ਬਹੁਤ ਸਾਰੇ ਡਿਕਟੇਟਰਸ ਬਾਰੇ ਪੜ੍ਹੋ, ਤੁਸੀਂ ਸੁਲੇਮਾਨ ਖਾਨਦਾਨ ਬਾਰੇ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਅਲਟੀਮੇਟਲੀ ਆਹ ਹਾਲਤ ਉਸ ਔਰੰਗਜ਼ੇਬ ਬਾਰੇ ਪੜ੍ਹੋ। ਵਕਤੀ ਤੌਰ 'ਤੇ ਉਹਨਾਂ ਦੇ ਕਿਲਿਆਂ ਦੇ ਬਾਹਰ ਜਿਹੜੇ ਤੁਸੀਂ ਲਾਲ ਕਿਲ੍ਹਾ ਵੀ ਦੇਖੋਗੇ, ਉਹਦੇ ਬਾਹਰ ਇੱਕ ਦਰਵਾਜ਼ਾ ਡਿਓਢੀ ਬਣੀ ਹੁੰਦੀ, ਡਿਓਢੀ ਦੇ ਉੱਤੇ ਦਰਵਾਜ਼ੇ ਦੇ ਉੱਤੇ ਇੱਕ ਜਿਵੇਂ ਚੁਬਾਰਾ ਹੁੰਦਾ ਇਸ ਤਰੀਕੇ ਨਾਲ ਬਣਿਆ, ਸੈਕਿੰਡ ਫਲੋਰ, ਅਤੇ ਉਹਦੇ ਵਿੱਚ ਖਾਨੇ ਜੇ ਬਣੇ, ਅਤੇ ਖਾਨਿਆਂ ਦੇ ਵਿੱਚ ਛੋਟੇ ਛੋਟੇ ਜਿਵੇਂ ਤਬਲਾ ਹੁੰਦਾ ਨਾ, ਤਬਲੇ ਦਾ ਜਿਹੜਾ ਵੱਡਾ ਹਿੱਸਾ ਹੁੰਦਾ ਆ ਡੁੱਗੀ, ਉਸ ਤਰੀਕੇ ਦੇ ਉਹ ਰੱਖੇ ਹੁੰਦੇ, ਅਤੇ ਉਹਨਾਂ ਦੇ ਉੱਤੇ ਛੋਟੇ ਛੋਟੇ ਡੰਡੇ ਲੈ ਕੇ 24/7 ਮਤਲਬ ਸ਼ਿਫਟਾਂ ਚੇਂਜ ਹੁੰਦੀਆਂ, ਇੱਕ ਦੀ ਸ਼ਿਫਟ 2 ਘੰਟੇ ਦੀ ਹੈ, 4 ਘੰਟੇ ਦੀ, ਐਵੇਂ ਸ਼ਿਫਟਾਂ ਬਦਲਦੀਆਂ, ਅਤੇ ਉਹ ਡਮਰੂ ਸਾਰਾ ਦਿਨ ਵਜਾਉਂਦੇ ਰਹਿੰਦੇ ਇਸ ਤਰੀਕੇ ਨਾਲ, ਉਹਨਾਂ ਦੀਆਂ ਆਵਾਜ਼ਾਂ ਡਮ ਕਰਦੇ ਰਹਿੰਦੇ ਉਸ ਤਰੀਕੇ ਨਾਲ ਡਮਰੂ ਵਜਾ ਕੇ। ਅਤੇ ਜੇ ਕਿਸੇ ਨੇ ਪੁੱਛਣਾ ਇਹ ਕੀ ਹੈ, ਉਹ ਕਹਿੰਦੇ ਵੀ ਇਹ ਹੈ ਵੀ ਇਹਨਾਂ ਦੀ ਨੌਬਤ ਵੱਜਦੀ ਹੈ। ਇਹ ਜਿਹੜੀ ਨੌਬਤ ਹੈ ਸਦਾ ਤੋਂ ਲੈ ਕੇ ਸਦਾ ਤੱਕ ਵੱਜਦੀ ਰਹਿਣੀ ਹੈ। ਮੁਗਲਾਂ ਦੀ ਨੌਬਤ ਕਦੀ ਖਤਮ ਨਹੀਂ ਹੋਏਗੀ, ਕਦੀ ਮੁੱਕੇਗੀ ਨਹੀਂ, ਕਦੀ ਆਵਾਜ਼ ਨਹੀਂ ਮੱਧਮ ਪਈ, ਕਦੀ ਆਵਾਜ਼ ਨਹੀਂ ਘਟੇਗੀ ਇਹਦੀ। ਕਿੱਥੇ ਗਈਆਂ ਨੌਬਤਾਂ, ਕਿੱਥੇ ਗਏ ਮੁਗਲ, ਅਤੇ ਕਿੱਥੇ ਗਈਆਂ ਮੁਗਲ ਸਲਤਨਤਾਂ। ਇਹ ਰੂਪ ਜਿਹੜਾ ਆ ਬੰਦੇ ਦੇ ਜ਼ਿਹਨ ਵਿੱਚ ਆ ਜਾਏ, ਵਕਤੀ ਤੌਰ 'ਤੇ ਆਏ ਆ, ਇਨਸਾਨੀਅਤ ਦੇ ਵਿੱਚ ਇਨਸਾਨੀ ਕਦਰਾਂ ਕੀਮਤਾਂ ਨਾਲ ਜੀਏ, ਕੁਝ ਅਸੂਲਾਂ ਨੂੰ ਪਾਲੀਏ, ਅਤੇ ਫਿਰ ਇਹ ਵੀ ਹੈ ਲੇਟਰ ਔਰ ਸੂਨਰ ਵਿਦਾਇਗੀ ਹੋਣੀ ਹੈ ਇੱਥੋਂ। ਜਦੋਂ ਵਿਦਾਇਗੀ ਹੋਣੀ ਹੈ, ਉਦੋਂ ਬੰਦੇ ਦੀਆਂ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਉਹਨੂੰ ਮੈਮਰੀ ਬਣ ਕੇ ਯਾਦ ਆਵੇ, ਉਹ ਕਿਹੜੀ ਯਾਦ ਆਵੇ? ਕਿਸੇ ਦਾ ਰਵਾਉਣਾ, ਕਿਸੇ ਨੂੰ ਦੁਖੀ ਕਰਨਾ, ਕਿਸੇ ਦੇ ਬਾਬਤ। ਅਤੇ ਇਹ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਮੇਰੇ ਖਿਆਲ 'ਚ ਇੱਕ, ਜੇ ਮੈਂ ਨਾਮ ਨਹੀਂ ਭੁੱਲ ਰਿਹਾ, ਅਤੇ ਬੁੱਕ ਆ ਪੀਪਲ ਹੂ ਚੀਟ ਡੈਥ, ਇੱਕ ਵੈਟਰਨ ਨਰਸ ਨੇ ਲਿਖੀ, ਅਮਰੀਕਾ 'ਚ ਰੀਸੈਂਟਲੀ ਕਿਤਾਬ ਲਿਖੀ ਹੈ। ਉਹ ਟਰਮੀਨਲ ਕੇਅਰ 'ਚ ਕੰਮ ਕਰਦੀ ਸੀ, ਜਿੱਥੇ ਲੋਕ ਅਕਸਰ ਮੌਤ ਦੇ ਬੜੇ ਨੇੜੇ ਹੁੰਦੇ, ਕਿਸੇ ਨੇ 2 ਮਹੀਨੇ ਜੀਣਾ ਹੈ, ਕਿਸੇ ਨੇ ਮਹੀਨਾ ਜੀਣਾ ਹੈ, ਉੱਥੇ ਉਹਨਾਂ ਨੂੰ ਮੈਡੀਸਨ ਪ੍ਰੋਵਾਈਡ ਕਰਦੀ। ਉਹ ਪ੍ਰੈਕਟੀਸ਼ਨਰ ਨਰਸ ਸੀਗੀ ਉੱਥੇ। ਉਹਨੇ ਬੜੇ ਰੰਗ ਦੇਖੇ
ਲੋਕਾਂ ਦੇ ਜਾਣ ਦੇ। ਲੋਕੀ ਜਦੋਂ ਜਾਣ ਦੇ ਨੇੜੇ ਆਉਂਦੇ ਕਿਹੋ ਜਿਹੀਆਂ ਆਵਾਜ਼ਾਂ ਨਿਕਲਦੀਆਂ, ਕਿਹੜੀਆਂ ਗੱਲਾਂ ਕਰਦੇ, ਉਹ ਕਿਹੋ ਜਿਹੀਆਂ ਚੀਜ਼ਾਂ ਸ਼ੇਅਰ ਕਰਦੇ, ਸਭ ਉਸ ਰੂਪ ਦੇ ਵਿੱਚ ਇਸ ਤਰੀਕੇ ਨਾਲ ਬਿਆਨ ਕਰਦੇ। ਉਹ ਤਜਰਬਿਆਂ ਦਾ ਇੱਕ ਬੜਾ ਵੱਡਾ ਸੋਰਸ ਆ, ਪੜ੍ਹਨ ਵਾਲਾ ਆ। ਉਹਦੇ ਨਾਲ ਜੇ ਮੈਂ ਕੰਪੈਰੇਟਿਵ ਲੈਵਲ 'ਤੇ ਲੈ ਕੇ ਆਵਾਂ, ਇਸੇ ਸਮੇਂ ਦੇ ਵਿੱਚ, ਪਿਛਲੇ ਕੁਝ ਸਮੇਂ ਦੇ ਵਿੱਚ ਮੇਰੇ ਬੜੇ ਇੱਕ ਆਪਣੇ ਜਾਣਨ ਵਾਲਿਆਂ 'ਚੋਂ ਪਿਆਰੇ ਸੱਜਣ, ਉਹਨਾਂ ਦੀ ਡੈਥ ਹੋਈ। ਅਤੇ ਮਤਲਬ ਇੱਕ ਆਟੋ ਇਮਿਊਨ ਡਿਜ਼ੀਜ਼ ਹੋਈ ਅਤੇ ਉਸ ਡਿਜ਼ੀਜ਼ ਦੇ ਨਾਲ ਅਲਟੀਮੇਟਲੀ ਉਹ ਡੈਥ ਵਾਲੇ ਪਾਸੇ ਵਧੇ। ਸਫਰਿੰਗ ਸੀ ਉਹਦੇ 'ਚ, ਬੜਾ ਪੇਨਫੁਲ ਟਾਈਮ ਸੀਗਾ, ਪਰ ਫੈਮਿਲੀ ਨੇ ਬੜਾ ਬਹੁਤ ਜਿਹੜਾ ਹੈਗਾ ਸਾਂਭ ਸੰਭਾਲ ਕੀਤੀ, ਘਰ ਹੀ ਰੱਖਿਆ ਘਰੇ ਕੋਲ। ਅਤੇ ਉਹ ਆਂਟੀ ਜੀ ਨਾਲ ਮੇਰੀ ਗੱਲਬਾਤ ਹੋਈ ਅਤੇ ਉਹ ਕਹਿੰਦੇ ਵੀ ਅਸੀਂ ਆਲਮੋਸਟ ਜਦੋਂ ਉਹਨਾਂ ਦੇ ਜਾਣ ਦੇ ਨੇੜੇ, ਹਾਲਾਂਕਿ ਤਾਂ ਉਮਰ ਅਸੀਂ ਇਕੱਠੇ ਰਹੇ, ਪਰ ਜਦੋਂ ਇਹ ਜਾਣ ਦਾ ਟਾਈਮ ਸੀਗਾ, ਇਹ ਟਾਈਮ ਅਸੀਂ ਸਭ ਤੋਂ ਵੱਧ ਬੜਾ ਇਕੱਠਿਆਂ ਨੇ ਸਪੈਂਡ ਕੀਤਾ, ਮੈਂ ਕਹਿ ਸਕਦੀ ਹਾਂ। ਕਿਉਂਕਿ ਮੈਂ 15-16 ਘੰਟੇ ਅਸੀਂ ਇਕੱਠੇ ਗੱਲਾਂ ਬਾਤਾਂ ਹੀ ਕਰਦੇ ਸੀਗੇ ਮੋਸਟਲੀ, ਅਤੇ ਇਸ ਤਰੀਕੇ ਨਾਲ ਜੀਵਨ ਬਤੀਤ ਹੋਇਆ ਹੌਲੀ ਹੌਲੀ। ਜਿਸ ਦਿਨ ਉਹਦਾ ਲਾਸਟ ਵੈਨ ਹੀ ਟੁੱਕ ਲਾਸਟ ਬ੍ਰੈਥ, ਦੈਟ ਟਾਈਮ ਆਈ ਵਾਜ਼ ਵਿਦ ਹਿਮ, ਮੈਂ ਉਹਦੇ ਨਾਲ ਸੀਗੀ। ਕੋਵਿਡ ਕਰਕੇ ਹੌਸਪਿਟਲ ਅਲਾਓ ਨਹੀਂ ਸੀ ਕਰਦੇ ਜਾਣ, ਮਤਲਬ ਰਹਿਣਾ ਰਿਲੇਟਿਵਸ ਨੂੰ, ਪਰ ਮੈਂ ਲੜ ਪਈ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਮੈਂ ਚਲੀ ਜਾਵਾਂਗੀ, ਮੈਨੂੰ ਲਿਖ ਕੇ ਦੇ ਦਿਓ ਕਿ ਹੀ ਇਜ਼ ਨੋਟ ਗੋਨਾ ਡਾਈ ਟੂਨਾਈਟ, ਬਿਕੋਜ਼ ਆਈ ਡੋਂਟ ਵਾਂਟ ਟੂ ਐਕਚੁਅਲੀ face that moment alone. No. In isolation, he should not leave the last breath. I don't want it. I cannot tolerate it. So I have promised to him I will be with him all the time. ਖੈਰ ਉਹਨੇ ਅਲਾਓ ਕਰਤਾ ਅਤੇ ਉਹ ਕਹਿੰਦੀ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਹੁਣ ਇਹ ਜਾ ਰਹੇ ਨੇ। ਜਦੋਂ ਉਹ ਸਮਾਂ ਆਇਆ ਅਤੇ ਕਹਿੰਦੀ ਮੈਂ ਕੋਲ ਬੈਠੀ ਹਾਂ, ਗੱਲਾਂ ਬਾਤਾਂ ਹੋ ਰਹੀਆਂ ਨੇ, ਚਿਹਰਾ ਮੋਹਰਾ ਉਹਨਾਂ ਦਾ ਸਾਰਾ ਬਦਲ ਰਿਹਾ ਅਤੇ ਮੈਂ ਦੇਖ ਰਹੀ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ ਆ, ਮੈਂ ਕਿਹਾ ਵੀ ਮੈਂ ਨਰਸ ਨੂੰ ਆਵਾਜ਼ ਮਾਰਨੀ ਆ, ਉਹ ਕੋਈ ਤੁਹਾਨੂੰ ਪੇਨ ਤੋਂ ਬਚਾਉਣ ਵਾਸਤੇ ਕੋਈ ਇੰਜੈਕਸ਼ਨ ਦੇ ਕੇ ਜਾਂਦੀ ਹੈ। ਅਤੇ ਬਹੁਤ ਔਖੇ ਹੋ ਕੇ ਮੈਨੂੰ ਕਹਿਣ ਲੱਗੇ ਨਾ ਬੁਲਾਈ ਨਾ, ਮੈਂ ਠੀਕ ਆ। ਖੈਰ ਮੈਂ ਕਿਹਾ ਕੁਝ ਕਹਿਣਾ ਚਾਹੁੰਦੇ ਹੋ ਮੈਨੂੰ? ਕਹਿੰਦੀ ਫਿਰ ਹੌਲੀ ਹੌਲੀ ਅਨਕੌਂਸ਼ੀਅਸ ਹੋਣੇ ਸ਼ੁਰੂ ਹੋ ਗਏ। ਜਦੋਂ ਅਨਕੌਂਸ਼ੀਅਸ ਹੋਣੇ ਸ਼ੁਰੂ ਹੋ ਗਏ ਅਤੇ ਮੈਨੂੰ ਇਹ ਉੱਚੀ ਉੱਚੀ ਬੋਲ ਕੇ ਕਹਿ ਰਹੇ ਨੇ, ਉਹਨਾਂ ਨੂੰ ਆਪਣੀ ਮੋਮ ਨੂੰ ਚਾਚੀ ਕਹਿੰਦੇ ਸੀ, ਕਹਿੰਦੇ ਲੈ ਚਾਚੀ ਵੀ ਆ ਗਈ, ਲੈ ਚਾਚੀ ਗਾਣੇ ਗਾ ਰਹੀ ਹੈ, ਲੈ ਉਹ ਵੀ ਖੁਸ਼ ਹੋ ਰਿਹਾ ਬੜਾ, ਉਹ ਲੈ ਤੇ ਸਾਰੇ ਹੀ ਇੱਥੇ ਤੇ ਬੜੀ ਰੌਣਕ ਮੇਲਾ ਲੱਗਾ ਆ, ਲੈ ਫੁੱਲ ਕਿੱਡੇ ਸੋਹਣੇ ਖਿੜੇ ਨੇ। ਕਹਿੰਦੀ ਹੀ ਵਾਜ਼ ਸਿੰਗ ਲਾਈਕ ਦੈਟ ਲਿਟਰਲੀ ਅਗੇਨ ਐਂਡ ਅਗੇਨ। ਜਦੋਂ ਸਾਰੀ ਗੱਲ ਮੈਂ ਸੁਣ ਰਹੀ ਹਾਂ, ਮੈਂ ਹੱਥ ਫੜਿਆ, ਮਾਈ ਆਈਜ਼ ਵਾਜ਼ ਫੁੱਲ ਵਿਦ ਟੀਅਰਸ। ਅਤੇ ਮੈਂ ਉਹਨਾਂ ਨੂੰ ਕਹਿ ਰਹੀ ਹਾਂ, ਮੈਂ ਕਿਹਾ ਜੀ ਤੁਹਾਨੂੰ ਇੰਨਾ ਚੰਗਾ ਲੱਗਦਾ ਇੱਥੇ, ਚਾਚੀ ਮਿਲ ਗਈ ਹੈ, ਇੰਨਾ ਸੋਹਣਾ ਵਧੀਆ ਹੈ, ਅਤੇ ਫਿਰ ਤੁਸੀਂ ਹੁਣ ਜਾਓ ਖੇਡੋ ਉਹਨਾਂ ਦੇ ਨਾਲ। ਕਹਿੰਦੀ ਆਈ ਵਾਜ਼ ਲਿਟਰਲੀ ਸੇਇੰਗ ਹਿਮ ਐਂਡ ਹੀ ਵਾਜ਼ ਜਸਟ ਨੋਟ ਰਿਸਪੋਂਡਿੰਗ ਟੂਵਰਡ ਮਾਈ ਟਾਕ। ਹਾਂ ਮਾੜਾ ਜਿਹਾ ਕੀਤਾ, ਫਿਰ ਉਹੀ ਗੱਲ ਦੁਬਾਰਾ। ਤਾਂ ਹੀ ਤਾਂ ਕਹਿੰਦੀ ਜਸਟ 5 ਜਾਂ 7 ਸੈਕਿੰਡਸ ਹੋਰ ਹੋਇਆ ਹੋਏਗਾ ਐਵੇਂ, ਐਂਡ ਹੀ ਪਾਸਡ ਅਵੇ। ਉਦੋਂ ਫਿਰ ਮੈਨੂੰ ਬਾਤ ਕੀਤੀ, ਕਹਿੰਦੀ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਬਾਣੀ 'ਚ ਮਹਾਰਾਜ ਕਹਿੰਦੇ ਜੇਕਰ ਸਾਹਿਬ ਮਨੋ ਨਾ ਵਿਸਰੈ ਸਹਿਲਾ ਮਰਨਾ ਹੋਏ। ਇਹ ਜਿਹੜੀ ਲਿਵ ਆ, ਦੇਖੋ ਹਮੇਸ਼ਾ ਤਾਂ ਕਿਸੇ ਨੇ ਵੀ ਨਹੀਂ ਇੱਥੇ ਰਹਿਣਾ, ਅਤੇ ਕੱਲ੍ਹ ਨਾਮ ਕਾਲ ਦਾ ਆ। ਮੈਂ ਕੁਝ 2-4 ਵਾਰੀ ਇੱਥੇ ਸੇਂਟ ਮਾਈਕਲ ਹੌਸਪਿਟਲ ਗਿਆ, ਜ਼ਿਆਦਾ ਵੀ ਗਿਆ ਹੋਵਾਂਗਾ ਇਸ ਤੋਂ ਬਾਅਦ। ਕੁਝ ਉੱਥੇ ਇੰਡੀਵਿਜੂਅਲਸ ਨੂੰ ਮਿਲਣ ਵਾਸਤੇ, ਕੁਝ ਓਬਜ਼ਰਵ ਕਰਨ ਵਾਸਤੇ, ਇਸ ਤਰੀਕੇ ਨਾਲ ਕੁਛ ਉਹ ਚੀਜ਼ ਕੰਮ ਵਾਸਤੇ। ਆਪ ਅਹਿਸਾਸ ਕਰੋਗੇ ਉੱਥੇ ਤੁਸੀਂ ਜਾ ਕੇ ਹੌਸਪਿਟਲ ਵਿੱਚ ਦੇਖਦੇ ਹੋ ਕਿ ਲੋਕਾਂ ਦੀਆਂ ਸਰਜਰੀਜ਼ ਹੋਈਆਂ ਨੇ ਅਤੇ ਉਹਨਾਂ ਨੂੰ ਯੂਰਿਨ ਵਾਲਾ ਬੈਗ ਲੱਗਾ ਆ ਨਾਲ, ਬੰਦੇ ਦੀ ਜਿਹੜਾ ਉਹਨੂੰ ਉਹ ਪੈਰਾਲਾਈਜ਼ ਹੋਈ ਬਾਡੀ, ਉਹਦੀ ਵੈਜੀਟੇਬਲ ਕੰਡੀਸ਼ਨ ਵਿੱਚ ਆ, ਪਤਾ ਸਾਰੇ ਰੰਗ ਵੇਖਦਾ। ਮੈਂ ਸੋਚਦਾ ਸਭ ਕੁਝ ਦੇਖ ਕੇ ਬੰਦਾ ਆ ਕੇ ਸਮਾਜ ਵਿੱਚ ਬੇਈਮਾਨਾ ਕਰੇ, ਛੋਟੇ ਛੋਟੇ ਲਾਲਚ ਪੂਰੇ ਕਰਨ ਵਾਸਤੇ ਝੂਠ ਬੋਲੇ, ਠੱਗੀਆਂ ਕਰੇ, ਪਰਾਏ ਹੱਕ ਮਾਰੇ, ਧੋਖੇ ਦੇਵੇ।
ਇਹ ਪੋਸੀਬਲ ਨਹੀਂ। ਅਸੀਂ ਸ਼ਾਇਦ ਇਸ ਸਾਰੇ ਬਾਰੇ ਅਵੇਅਰ ਨਹੀਂ ਹੈਗੇ। ਐਕਚੁਅਲੀ ਇਹ ਹੈ ਸਹੀ ਲੈਵਲ ਲਗਾ, ਸਹੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਪ੍ਰੋਸੈਸ ਕਰ, ਪਰਸੀਵ ਕਰ। ਨਹੀਂ ਤੇ ਦੂਜਾ ਭਾਅ ਜਿਹੜਾ ਆ, ਇਹ ਜਿਹੜਾ ਉਹਦਾ ਸ਼ੋਖ ਜਿਹਾ ਰੰਗ ਆ ਨਾ, ਵੀ ਲੈ ਝੂਠ ਬੋਲਿਆ ਕੀ ਹੋ ਜਾਂਦਾ, ਲੈ ਕਿਸੇ ਦਾ ਹੱਕ ਮਾਰਿਆ ਕੀ ਹੋ ਜਾਂਦਾ, ਬੇਈਮਾਨਾ ਕੀਤਿਆਂ ਕੀ ਹੋ ਜਾਂਦਾ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹਨੂੰ ਇਹ ਪ੍ਰਭਾਵ ਨਾ ਆਪਣੇ ਉੱਤੇ ਪੈਣ ਦੇ, ਨਹੀਂ ਤੇ ਦੂਜਾ ਭਾਵ ਨਾ ਦੇਈ ਲਿਵ ਲਾਗਣ, ਇਹਨੇ ਤੇਰੀ ਲਿਵ ਨਹੀਂ ਲੱਗਣ ਦੇਣੀ। ਜਿਨ ਹਰ ਕੇ ਚਰਨ ਵਿਸਾਰੇ, ਤੇ ਕਿੱਥੇ ਆ ਰੱਬ, ਕੌਣ ਹੈ ਰੱਬ, ਕਿਹੜਾ ਰੱਬ ਵੇਖ ਰਿਹਾ, ਬਸ ਫਿਰ ਵਿਸਰ ਗਏ ਸਮਝ। ਫਿਰ ਕੋਈ ਰੱਬ ਨਹੀਂ ਤੇਰੇ ਵਾਸਤੇ, ਕੋਈ ਰੱਬ ਨਹੀਂ ਐਗਜ਼ਿਸਟ ਕਰਦਾ। ਬਕੌਲ ਮਸਕੀਨ ਜੀ ਗੱਲ ਕਰਾਂ, ਉਹ ਕਹਿੰਦੇ ਹੁੰਦੇ ਸੀ, ਲੋਕੀ ਮੈਨੂੰ ਪੁੱਛਦੇ ਨੇ ਮੈਂ ਰੱਬ ਨੂੰ ਨਹੀਂ ਮੰਨਦਾ। ਉਹ ਕਹਿੰਦੇ ਬਿਲਕੁਲ ਠੀਕ ਗੱਲ ਹੈ, ਵੱਡੀ ਗੱਲ ਕਿਹੜੀ ਇਹਦੇ 'ਚ, ਤੂੰ ਚਲੋ ਰੱਬ ਨੂੰ ਨਹੀਂ ਮੰਨਦਾ, ਮਾਂ ਬਾਪ ਨੂੰ ਤੇ ਮੰਨਣਾ, ਆਪਣੇ ਭੈਣ ਭਰਾਵਾਂ ਨੂੰ ਤੇ ਮੰਨਣਾ। ਸੱਚਾਈ ਇਹ ਹੈ ਜਾਨਵਰਾਂ ਦੀ ਦੁਨੀਆ 'ਚ ਮਾਂ ਬਾਪ ਨੂੰ ਵੀ ਨਹੀਂ ਮੰਨਦੇ। ਉਹਨੂੰ ਪਤਾ ਹੀ ਨਹੀਂ ਹੁੰਦਾ, ਥੋੜ੍ਹੀ ਕੁ ਸਮੇਂ ਦੀ ਕੌਨਸ਼ੀਅਸ ਹੁੰਦੀ ਵੀ ਇਹ ਮਾਂ ਹੈ ਮੇਰੀ, ਉਸ ਤੋਂ ਬਾਅਦ ਪਤਾ ਉਹ ਜਿਹੜਾ ਹੈਗਾ, ਤੁਸੀਂ ਘਰਾਂ 'ਚ ਪਸ਼ੂ ਪਾਲੇ ਹੋਣਗੇ, ਮੱਝਾਂ ਗਾਵਾਂ, ਕਿੱਥੇ ਪਤਾ ਹੁੰਦਾ ਵੀ ਅਸੀਂ ਜਿਹੜਾ ਹੈ ਇੱਕ ਮਾਂ ਦੇ ਜਾਏ ਆ, ਜਾਂ ਇੱਕ ਜਿਹੜਾ ਹੈ ਇਹ ਮੇਰੀ ਮਾਂ ਆ ਤੇ ਮੈਂ ਇਹਦਾ ਬੱਚਾ ਆ। ਬਸ ਉਨੀ ਕੁ ਦੇਰ ਜਿੰਨੀ ਦੇਰ ਤੱਕ ਉਹ ਦੁੱਧ ਪੀ ਰਿਹਾ ਹੈ, ਕੋਈ ਮਹੀਨਾ 2 ਮਹੀਨੇ 3 ਮਹੀਨੇ, ਦੈਟਸ ਇਟ। ਸੋ ਇਹ ਬੰਦੇ ਨੂੰ, ਬੰਦਾ ਚਾਹੇ ਤਾਂ ਸਭ ਕੁਝ ਵਿਸਾਰ ਦੇ, ਪਸ਼ੂ ਵੀ ਤਾਂ ਵਿਸਾਰ ਹੀ ਦਿੰਦੇ ਨੇ। ਕੁਦਰਤ ਉਸ ਲੈਵਲ ਤੇ ਲੈ ਆਵੇ, ਉਹਦੇ ਚੋਂ ਚਲਾ ਜਾਏ ਉਸ ਰੂਪ ਦੇ ਵਿੱਚ। ਹਾਂ, ਜੇ ਬੰਦੇ ਨੂੰ ਯਾਦ ਰਹੇ ਤੇ ਇਹ ਵੀ ਯਾਦ ਰਹੇ ਵੀ ਮਾਲਕ ਕਿੱਡਾ ਬੇਅੰਤ ਹੈ ਤੂੰ, ਜਿਉ ਪਾਏ ਪਿੰਡ ਜਿਨ ਸਾਜਿਆ। ਜਿੰਦ ਪਾਈ, ਜਿੰਦ ਪਾ ਕੇ ਉਸ ਜਿੰਦ ਦੇ ਜਿਉਣ ਵਾਸਤੇ ਕਲਬੂਤ ਸਾਜਿਆ ਸਾਰਾ। ਕਲਬੂਤ ਤੇ ਵੱਖਰਾ ਨਾ, ਜਿੰਦ ਵੱਖਰੀ ਹੈ। ਪਹਿਲਾਂ ਜਿੰਦ ਪਾਈ, ਰੂਹ ਦੀ ਆਮਦ ਹੋਈ, ਉਸ ਰੂਹ ਦੀ ਆਮਦ ਦੇ ਨਾਲ ਇਹ ਕਲਬੂਤ ਪੂਰਾ ਦਾ ਪੂਰਾ ਬਣ ਗਿਆ। ਤੇ ਫਿਰ ਕੱਲਾ ਕਲਬੂਤ ਨਹੀਂ ਬਣਿਆ, ਇਸ ਕਲਬੂਤ ਦੇ ਪਾਣ ਖਾਣ ਰਹਿਣ ਸਹਿਣ ਵਾਸਤੇ ਪੂਰੀ ਕਾਇਨਾਤ ਸਿਰਜ ਦਿੱਤੀ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਪਾਣ ਨੂੰ ਵੀ ਦਿੱਤਾ, ਖਾਣ ਨੂੰ ਵੀ ਦਿੱਤਾ। ਇਹ ਮਾਲਕ, ਇਹੀ ਭਗਤੀ ਹੈ, ਹੋਰ ਭਗਤੀ ਕੀ ਹੈ? ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਇਹ ਲਿਵਿਆ ਬੰਦਾ ਜੋ ਕੁਝ ਆਲੇ ਦੁਆਲੇ ਹੰਡਾ ਰਿਹਾ, ਕਰ ਰਿਹਾ, ਇੱਕ ਤੇ ਉਹਦੇ 'ਚ ਐਥੀਕਲੀ ਬਿਲਕੁਲ ਟਰੂਥਫੁਲ ਲੈਵਲ ਤੇ ਰਹੇ ਕਿ ਭਾਈ ਮੈਂ ਇਹਦੇ 'ਚ ਕੋਈ ਗਲਤ ਨਹੀਂ ਹੋਣ ਦੇਣਾ। ਦੂਸਰਾ ਇਹ ਜੋ ਹੰਡਾ ਕਮਾ ਖਾ ਰਿਹਾ ਹੈ, ਉਹਦੇ ਵਾਸਤੇ ਉਹਦੇ ਵਿੱਚ ਇੱਕ ਬਹੁਤ ਜਿਹਨੂੰ ਕਹਿ ਲਓ ਕਿ ਇੱਕ ਗ੍ਰੈਟੀਟਿਊਡ ਹੋਏ, ਇੱਕ ਗ੍ਰੇਟਫੁਲ ਹੋਏ ਟੂਵਰਡ ਆਲਮਾਈਟੀ, ਟੂਵਰਡ ਵਾਹਿਗੁਰੂ ਜੀ, ਟੂਵਰਡ ਇਸ ਮਦਰ ਨੇਚਰ ਤੇ ਕ੍ਰੀਏਟਰ ਦੇ ਵਾਸਤੇ। ਇਹ ਚੀਜ਼ ਨਾ ਹੋਈ, ਬਾਬਾ ਜੀ ਕਹਿੰਦੇ ਸਮਝ ਲੈ ਦੂਜਾ ਭਾਵ ਵਿਆਪ ਗਿਆ। ਸਮਝ ਲੈ ਉਹ ਚੀਜ਼ ਵਿਆਪ ਗਈ ਜਿਹਨੇ ਤੇਰੇ ਤੋਂ ਬੇਅਕਲੀ ਕਰਵਾਉਣੀ ਹੈ, ਤੇਰੀ ਲਿਵ ਟੁੱਟ ਗਈ। ਅੱਗੇ ਆ ਜਗਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁਖ ਨਿਵਾਰੇ। ਹੇ ਜਗਤ ਨੂੰ ਜੀਵਨ ਹੇਰ, ਜੀਵਨ ਦਹਿੰਦ ਦਾਤਾ ਜੀ। ਸਭ ਦੇ ਉੱਤੇ ਦਾਤ ਦਾ ਮਤਲਬ ਨਾ ਗਿਵਰ, ਜੋ ਦੇ ਰਿਹਾ ਸਭ ਨੂੰ, ਜ਼ਿੰਦਗੀ ਬਖਸ਼ ਰਿਹਾ। ਜਗਜੀਵਨ ਦਾਤਾ ਜਨ ਸੇਵਕ ਤੇਰੇ। ਜਿਹੜੇ ਜਨ ਨੇ ਨਾ, ਜਨ ਉਹ ਨੇ ਜਿਹੜੇ ਅਰਦਾਸ ਕਰਦੇ, ਤਰਲਾ ਕਰਦੇ, ਮਿੰਨਤ ਕਰਦੇ, ਮਾਲਕ ਇਹ ਬਚਨ ਤੂੰ ਲਿਖੇ ਨੇ, ਤੂੰ ਲਿਖਵਾਏ ਨੇ। ਗੁਰੂ ਸਾਹਿਬ ਭਗਤ ਸਾਹਿਬਾਨ ਬਚਨ ਸਿਰਜ ਰਹੇ ਨੇ, ਸੱਚ ਹੀ ਹੈ। ਇਸ ਸੱਚ ਨੂੰ ਮੇਰੀ ਸੁਰਤ ਅਜੇ ਪਕੜਦੀ ਨਹੀਂ, ਮੇਰੇ ਤੇ ਤਰਸ ਕਰੀਏ, ਸੁਰਤ ਪਕੜ ਲੈ ਮੇਰੀ। ਮੈਂ ਆਪਣਾ ਜੀਵਨ ਇਹਨਾਂ ਬਚਨਾਂ ਦੇ ਅਕੋਰਡਿੰਗਲੀ, ਇਹਨਾਂ ਦੇ ਇਨਫਲੂਐਂਸ ਵਿੱਚ ਢਾਲ ਸਕਾਂ। ਗੁਰਬਾਣੀ ਦਾ ਜਾਵੀਆ, ਈਡੀਅਮ ਮੇਰੇ ਜੀਵਨ ਦਾ ਬੇਸ ਬਣ ਜਾਏ। ਆਈ ਰੀਅਲੀ ਨੀਡ ਇਟ। ਮੇਰੀ ਇਹ ਪ੍ਰੇਅਰ ਆ, ਮੇਰੀ ਪ੍ਰਾਰਥਨਾ ਆ, ਉਹ ਜਾਣਿਆ। ਬਾਬਾ ਜੀ ਬਿਆਨ ਕਰਦੇ ਕਿ ਜਗ ਜੀਵਨ ਦਾਤਾ ਜਨ ਸੇਵਕ ਤੇਰੇ। ਇਹ ਤੇਰੇ ਹੀ ਤੇ ਸੇਵਕ ਨੇ, ਇਹ ਤੇਰੇ ਅੱਗੇ ਅਰਦਾਸਾਂ ਕਰਦੇ, ਪ੍ਰਾਰਥਨਾਵਾਂ ਕਰ ਰਹੇ ਨੇ ਦਾਤਾ। ਤਿਨਕੇ ਤੈਂ ਦੁੱਖ ਨਿਵਾਰੇ। ਤੇ ਜਿਹੜੇ ਇਹੋ ਜਿਹੀ ਸੇਵਾ 'ਚ ਅਰਦਾਸ 'ਚ ਲੱਗਦੇ, ਉਹਨਾਂ ਦੇ ਤੋਂ ਦੁੱਖ ਨਿਰਵਿਰਤ ਕਰ ਲੈਣਾ ਹੈ। ਦੁੱਖ ਨਿਰਵਿਰਤ ਕਰਨ ਦਾ ਮਾਇਨਾ ਇੱਥੇ ਸਮਝੋ, ਕਿਉਂਕਿ ਜਿਸ ਚੀਜ਼ ਨੂੰ ਅਸੀਂ ਆਪਣੇ ਜੀਵਨ ਦੇ 'ਚ ਦੁੱਖ ਮੰਨਦੇ ਹਾਂ, ਉਹ ਹੈਗਾ ਐਨੀ ਸੋਰਟ ਆਫ ਅਨਕੰਫਰਟ। ਉਹ ਅਨਕੰਫਰਟ ਇਹ ਵੀ ਹੁੰਦਾ ਹੈ, ਆਪ ਬੱਚੇ ਨੂੰ ਦੇਖੋ, ਛੋਟੇ ਜਿਹੇ ਨੂੰ, ਉਹ ਘਰ ਬੜਾ ਕੰਫਰਟ ਫੀਲ ਕਰਦਾ ਹੈ,
ਸਾਨੂੰ ਪਤਾ ਲੱਗਦਾ 4 ਸਾਲ ਦਾ ਹੋ ਗਿਆ, ਹੁਣ ਇਹਦੀ ਸਕੂਲਿੰਗ ਸ਼ੁਰੂ ਹੋਣੀ ਚਾਹੀਦੀ ਹੈ। ਅਸੀਂ ਉਹਨੂੰ ਪ੍ਰੀ ਸਕੂਲ ਲੈ ਕੇ ਜਾਂਦੇ ਹਾਂ, ਉਹ ਬਿਲਕੁਲ ਕੰਫਰਟੇਬਲ ਫੀਲ ਨਹੀਂ ਕਰਦਾ ਉੱਥੇ। ਉਹ ਕਹਿੰਦਾ ਆਮ ਟੋਟਲੀ ਅਨਕੰਫਰਟੇਬਲ। ਮੈਨੂੰ ਤੇ ਤੁਸੀਂ ਹੁਣ ਤੋਂ ਪਹਿਲਾਂ ਆਪਣੀ ਕਾਰ 'ਚ ਬਿਠਾਓ ਐਂਡ ਆਈ ਵਾਂਟ ਟੂ ਗੋ ਹੋਮ। ਤੁਹਾਨੂੰ ਪਤਾ ਨਹੀਂ 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 ਐਕਚੁਅਲੀ ਨਾ ਇਹ ਨਹੀਂ ਗੱਲ ਹੈ, ਜੇ ਇਹਨੂੰ ਹੁਣ ਘਰ ਲੈ ਗਏ ਤੇ ਇਹ ਦੁਖੀ ਹੋਏਗਾ। ਇਹਦਾ ਦੁੱਖ ਨਿਰਵਿਰਤ ਕਰਨ ਵਾਸਤੇ ਜ਼ਰੂਰੀ ਹੈ ਕਿ ਇਹਨੂੰ ਇੱਥੇ ਰੱਖਿਆ ਜਾਏ। ਉਹ ਰੋਂਦਾ ਵੀ ਹੈ, ਉਹਦੇ ਮਨ ਦੇ ਵਿੱਚ, ਇਹ ਐਕਚੁਅਲੀ ਸਟੱਡੀ ਵੀ ਹੈ ਸਾਈਕੋਲੋਜੀਕਲ ਸਾਈਡ ਤੋਂ, ਉਹਦੇ ਮਨ ਦੇ ਵਿੱਚ ਇੱਕ ਜਦੋਂ ਮਤਲਬ ਉਹਨੂੰ ਜਿਵੇਂ ਕਿਸੇ ਤੋਂ ਸੈਪਰੇਸ਼ਨ ਹੁੰਦੀ ਹੈ ਨਾ, ਤੇ ਖਾਸ ਕਿਸਮ ਦੇ ਕੈਮੀਕਲ ਸਾਡੇ ਬ੍ਰੇਨ ਵਿੱਚ ਜਨਰੇਟ ਹੁੰਦੇ ਨੇ ਉਸ ਮਨੋਦਸ਼ਾ ਨੂੰ, ਉਸ ਸਟੇਟ ਆਫ ਮਾਈਂਡ ਦੇ ਨਾਲ ਕੋਪ ਕਰਨ ਵਾਸਤੇ। ਉਸ ਰੂਪ ਦੇ ਵਿੱਚ ਬੱਚੇ ਦੇ ਵਿੱਚ ਉਹ ਕੈਮੀਕਲ ਪੈਦਾ ਹੁੰਦੇ ਨੇ ਉਸ ਸਮੇਂ। ਉਹਦੇ ਵਾਸਤੇ ਉਹਨੂੰ ਇੰਝ ਲੱਗਦਾ ਹੈ ਜਿਵੇਂ ਮੇਰੇ ਮਾਂ ਬਾਪ ਮੇਰੇ ਤੋਂ ਵਿਛੜ ਗਏ, ਭਾਵ ਦੇ ਆਰ ਨੋ ਮੋਰ ਫॉर ਮੀ, ਜਿਵੇਂ ਡੈਥ ਹੋ ਜਾਂਦੀ ਹੈ। ਇਹੋ ਜਿਹੇ ਕੈਮੀਕਲ ਜਨਰੇਟ ਹੁੰਦੇ ਉਹਦੇ ਵਿੱਚ। ਹੁਣ ਉਸ ਹਾਲਤ ਦੇ ਵਿੱਚ ਕਿਹਾ ਜਾਏ ਕਿ ਓ ਹੋ ਇਹ ਤੇ ਵਿਲਕ ਬੜਾ ਰਿਹਾ, ਰੋ ਬੜਾ ਰਿਹਾ, ਤੇ ਉਹਦਾ ਰੋਣਾ ਜੈਨੂਅਨ ਹੈ, ਕੋਈ ਫੇਕ ਨਹੀਂ, ਵਿਖਾਵਾ ਨਹੀਂ, ਕੁਛ ਵੀ ਨਹੀਂ। ਪਰ ਮਾਂ ਬਾਪ ਨੂੰ ਪਤਾ ਆ ਇਸ ਰੋਣੇ ਨੂੰ ਵੇਖ ਕੇ ਮੈਂ ਇਹਦੀ ਲਾਈਫ ਟਾਈਮ ਦੀ ਸਫਰਿੰਗ ਜਿਹੜੀ ਉਹ ਨਹੀਂ ਵੇਖ ਪਾਵਾਂਗਾ। ਇਸ ਕਰਕੇ ਲੈਟ ਹਿਮ ਔਰ ਹਰ ਫੇਸ ਦਿਸ ਟਾਈਮ। ਸਾਡਾ ਬਹੁਤਾ ਦੁੱਖ ਇਹੋ ਜਿਹਾ ਆ, ਕਰਤਾਰੀ ਕੁਦਰਤ ਸਾਨੂੰ ਸਿਚੁਏਸ਼ਨਸ ਵਿੱਚ ਪਾਉਂਦੀ ਹੈ ਤੇ ਉੱਥੇ ਫਿਰ ਸਾਨੂੰ ਅਨਕੰਫਰਟੇਬਲ ਫੀਲ ਹੁੰਦਾ ਆ, ਤੇ ਅਸੀਂ ਫਿਰ ਇਸੇ ਗੱਲ ਤੋਂ ਕਹਿੰਦੇ ਆ ਨੋ ਨੋ ਨੋ, ਮੈਂ ਇਹ ਅਨਕੰਫਰਟੇਬਲ ਜਿਹੜੀ ਹੈ ਇਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਰਕੇ ਰੱਬਾ ਤੂੰ ਮੈਨੂੰ ਨਾ ਇਸ ਅਨਕੰਫਰਟੇਬਲ ਸਿਚੁਏਸ਼ਨ ਚੋਂ ਬਾਹਰ ਕੱਢ। ਰੱਬ ਜੀ ਦਾ ਰੋਲ ਇੱਕ ਪੇਰੈਂਟ ਦੀ ਤਰ੍ਹਾਂ ਲੈ ਲਓ। ਉਹ ਕਹਿੰਦੇ ਨਹੀਂ 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 ਬੱਚੇ, ਤੈਨੂੰ ਬਹੁਤ ਅੱਗੇ ਲੈ ਕੇ ਜਾਣਾ, ਤੂੰ ਚਿੰਤਾ ਨਾ ਕਰ, ਤੈਨੂੰ ਇਹਦੇ 'ਚ ਰੱਖਣਾ ਆ ਜ਼ਰੂਰ, ਇਹ ਬੜਾ ਲਾਜ਼ਮੀ ਹੈ ਤੇਰੇ ਵਾਸਤੇ। ਤੇ ਇਹ ਸੰਕਲਪ ਤੁਸੀਂ ਜੀਵਨ ਦੇ ਵੱਖਰੇ ਵੱਖਰੇ ਲਹਿਜ਼ੇ ਦੇ ਵਿੱਚ ਜਾ ਕੇ ਵੀ ਦੇਖਦੇ ਹੈਗੇ ਹੋ, ਵੱਖਰੇ ਵੱਖਰੇ ਤਰੀਕੇ ਨਾਲ ਵੀ ਦੇਖਦੇ ਹੋ। ਮੇਰੇ ਕੋਲ ਇੱਥੇ ਸਾਡੇ CSC ਦੇ ਵਿੱਚ ਰੀਜਨਲ ਸਾਡਾ ਸੁਪਰਵਾਈਜ਼ਰ ਆ, ਜਿਹੜਾ ਸਾਡੀ ਕਾਉਂਸਲਿੰਗ ਚੈਪਲੈਂਸੀ ਦੇ ਉੱਤੇ ਸਾਰੀ ਸੁਪਰਵਿਜ਼ਨ ਕਰਦਾ ਆ। ਅਤੇ ਉਹ ਜਿਹੜੇ ਮੌਂਟਰੀਆਲ ਦੇ ਵਿੱਚ ਇੰਗਲਿਸ਼ ਜਿਹੜੇ ਐਂਗਲੋ ਕੈਨੇਡੀਅਨ ਹੈਗੇ ਨੇ ਉਸ ਫੈਮਿਲੀ 'ਚੋਂ ਬਿਲੋਂਗ ਕਰਦਾ ਹੈ, ਅਤੇ ਉਹਨਾਂ ਨੂੰ ਇੰਗਲਿਸ਼ ਸਕੂਲ ਪ੍ਰੋਵਾਈਡ ਕਰ ਦਿੰਦੇ ਹੋ। ਅਤੇ ਉਹ ਕਹਿੰਦੇ ਵੀ ਗੱਲ ਇਹ ਹੈ ਕਿ ਵੈਸੇ ਤਾਂ ਮੈਂ ਉਸ ਬੈਕਗਰਾਊਂਡ 'ਚ ਆਉਂਦਾ ਸੀਗਾ, ਪਰ ਕਿਉਂਕਿ ਜਿਸ ਰੂਰਲ ਏਰੀਏ 'ਚ ਰਹਿੰਦੇ ਸੀਗੇ ਉੱਥੇ ਸਾਡੇ ਵਾਸਤੇ ਸਕੂਲ ਨਹੀਂ ਸੀ ਹੈਗੇ, ਸੋ ਇਸ ਕਰਕੇ ਆਈ ਹੈਵ ਟੂ ਗੋ ਟੂ ਫਰੈਂਕੋ ਕੈਨੇਡੀਅਨ ਸਕੂਲ ਜਿਹੜੇ ਹੈਗੇ ਨੇ, ਭਾਵ ਜਿਹੜੇ ਫਰੈਂਚ ਪੜ੍ਹਾਉਂਦੇ ਨੇ ਉਹਦੇ ਵਿੱਚ। ਕਹਿੰਦਾ ਮੈਂ ਬੜਾ ਦੁਖੀ ਸੀਗਾ ਉਦੋਂ, ਮੈਨੂੰ ਲੱਗਦਾ ਸੀਗਾ ਕਿ ਇਸ ਤੋਂ ਵੱਡਾ ਤੇ ਤਸ਼ੱਦਦ ਹੋ ਹੀ ਨਹੀਂ ਸਕਦਾ। ਮੇਰੀ ਮਦਰ ਟੰਗ ਹੋ ਰਿਹਾ, ਮੈਨੂੰ ਇੰਨੀ ਸਫਰਿੰਗ ਹੋ ਰਹੀ ਹੈ, ਸਭ ਕੁਛ। ਖੈਰ ਕਿਸੇ ਤਰੀਕੇ ਦੇ ਨਾਲ ਮੈਂ ਆਪਣੀ ਉਹ ਸਕੂਲਿੰਗ ਦਾ ਟਾਈਮ ਜਿਹੜਾ ਥੋੜ੍ਹਾ ਬਹੁਤਾ ਬਤੀਤ ਕੀਤਾ। ਪੇਰੈਂਟਸ ਨੇ ਬਾਅਦ ਵਿੱਚ ਘਰ ਚੇਂਜ ਕੀਤਾ, ਮੈਨੂੰ ਸਕੂਲ ਮਿਲ ਗਿਆ, ਖੈਰ ਸਭ ਕੁਛ ਹੋ ਗਿਆ। ਕਹਿੰਦਾ ਪਰ ਕਮਾਲ ਇਹ ਹੈ, ਮੈਨੂੰ ਹੁਣ ਜਾ ਕੇ ਸਮਝ ਲੱਗੀ ਵੀ ਉਹ ਕਿੰਨਾ ਬੈਨੀਫੀਸ਼ੀਅਲ ਸੀ ਮੇਰੇ ਵਾਸਤੇ। ਕਿਉਂ? ਕਿਉਂਕਿ ਉਹਦੇ ਸਦਕਾ ਮੈਨੂੰ ਫਰੈਂਚ ਆ ਗਈ, ਅਤੇ ਉਹਦੇ ਕਰਕੇ ਮੈਂ ਅੱਜ ਜੋਬ ਲੈ ਕੇ ਬੈਠਾ। ਕਿਉਂਕਿ ਇਹਨਾਂ ਨੂੰ ਬਾਇਲੈਂਗੁਅਲ ਜੋਬ ਚਾਹੀਦਾ ਸੀ, ਅਦਰਵਾਈਜ਼ ਤੁਸੀਂ ਸਾਰੇ ਮੇਰੇ ਤੋਂ ਵੱਧ ਐਜੂਕੇਟਿਡ ਹੋ ਜਿੰਨਿਆਂ ਨੂੰ ਮੈਂ ਸੁਪਰਵਾਈਜ਼ ਕਰ ਰਿਹਾ। ਸਿਰਫ ਮੇਰੇ ਕੋਲ ਇੱਕੋ ਐਕਸਟਰਾ ਕੁਆਲੀਫਿਕੇਸ਼ਨ ਹੈ ਕਿ ਆਈ ਐਮ ਬਾਇਲੈਂਗੁਅਲ, ਨਥਿੰਗ ਐਲਸ। ਲੀਗਲੀ, ਕਿਉਂਕਿ ਲਾਅ ਦੇ ਅਕੋਰਡਿੰਗਲੀ ਜਿਹੜੀ ਸਾਡੀ ਸਰਵਿਸ ਹੈ ਉਹਦੇ 'ਚ ਬੰਦਾ ਹੋਣਾ ਬੜਾ ਜ਼ਰੂਰੀ ਹੈ। ਮੈਂ ਇਸ ਕਰਕੇ ਇਸ ਜੋਬ ਨੂੰ ਅਵੇਲ ਕਰ ਰਿਹਾ। ਹੁਣ ਆਹ ਜਿਹੜੀਆਂ ਚੀਜ਼ਾਂ ਨੇ ਬੰਦੇ ਨੂੰ ਇਹ ਫਿਰ ਲੌਂਗ ਰਨ ਵਿੱਚ ਜਾ ਕੇ ਸਮਝ ਆਉਂਦੀ ਹੈ। ਮਹਾਰਾਜ ਬਿਆਨ ਕਰਦੇ ਜੇ ਲਿਵ ਲੱਗੀ ਹੋਏ ਨਾ, ਫਿਰ ਬੰਦੇ ਦੀਆਂ ਸ਼ਿਕਾਇਤਾਂ ਨਹੀਂ ਰਹਿ ਜਾਂਦੀਆਂ, ਬਲਕਿ ਉਹ ਸ਼ੁਕਰ 'ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਹਾਡਾ ਪਰਸਪੈਕਟਿਵ ਬਦਲਦਾ ਆ ਲਾਈਫ ਨੂੰ ਓਬਜ਼ਰਵ ਕਰਨ ਦਾ, ਘਟਨਾਵਾਂ ਨੂੰ ਅਨਾਲਿਸਿਸ ਕਰਨ ਦਾ, ਆਲੇ ਦੁਆਲੇ ਜੋ ਕੁਝ ਵਾਪਰਦਾ ਉਹਦੇ ਨਾਲ ਤੁਸੀਂ ਨਰੇਟਿਵ ਕਿਵੇਂ ਦਾ ਬਣਾਉਣਾ ਹੈ ਆਪਣੇ ਅੰਦਰ, ਕਿਹੜੀ ਨਰੇਸ਼ਨ ਤੁਹਾਡੇ ਅੰਦਰ ਜਾਣੀ ਹੈ। ਇਹੀ ਸਿਮਰਨ ਹੈ ਸਾਰਾ। ਮੈਂ ਪੜ੍ਹ ਜਪਜੀ ਸਾਹਿਬ ਰਿਹਾ ਹੋਵਾਂ ਤੇ ਅੰਦਰ ਮੇਰੇ ਨਫ਼ਰਤ ਪੈਦਾ ਹੋ ਰਹੀ ਹੋਏ ਆਪਣੇ ਬਾਰੇ, ਆਪਣੇ ਕੰਮ ਬਾਰੇ, ਆਪਣੇ ਪਰਿਵਾਰ ਬਾਰੇ, ਦੂਸਰਾ ਕਾਹਦਾ ਪਾਠ ਹੈ ਮੇਰੀ ਕੋਈ ਲਿਵ ਨਹੀਂ। ਇਹਨੂੰ ਸਾਹਿਬ ਨੇ ਕਿਹਾ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਉਸ ਲਾਚਾਰਗੀ ਤੇ ਵਿਚਾਰਗੀ ਦੀ ਹਾਲਤ 'ਚ ਕੀ ਬਣੇਗਾ? ਇਹਦੇ ਮੁਕਾਬਲਤਨ ਮੈਂ ਜੇ ਸਪੋਜ਼ ਕਰੋ ਕੰਮ ਤੇ ਵੀ ਹਾਂ, ਤੇ ਮੇਰੇ ਅੰਦਰ ਜਿਹੜਾ ਭਾਵ ਚੱਲ ਰਿਹਾ ਹੈ ਉਹ ਸ਼ੁਕਰ ਦਾ ਆ, ਉਹ ਇੱਕ ਤਰ੍ਹਾਂ ਦੇ ਨਾਲ ਥੈਂਕਫੁਲ ਹੋਣ ਦਾ ਆ,
ਟੂਵਰਡ ਵਾਹਿਗੁਰੂ ਜੀ, ਟੂਵਰਡ ਆਲੇ ਦੁਆਲੇ ਦਾ ਜੋ ਕੁਝ ਵੀ ਵਾਪਰ ਰਿਹਾ, ਮੈਂ ਉਹਨੂੰ ਸਹੀ ਰੂਪ ਵਿੱਚ, ਸਹੀ ਪਰਸਪੈਕਟਿਵ ਦੇ ਵਿੱਚ ਉਹਨੂੰ ਪ੍ਰੋਸੈਸ ਕਰ ਪਾ ਰਿਹਾ ਵਾਂ। ਬਸ ਇਹੀ ਮੇਰੀ ਚੜ੍ਹਦੀ ਕਲਾ ਆ। ਇਹ ਹੈ ਰਹਾਉ ਦਾ ਬੰਦ। ਜਿਹੜਾ ਸ਼ੁਰੂਆਤੀ ਪਦਾ ਆ, ਮਹਾਰਾਜ ਬਿਆਨ ਕਰਦੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸ਼ਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ। ਪੰਜਾਬੀ ਦਾ ਵਰਡ ਹੈ ਬੜਾ ਪਿਆਰਾ, ਤ੍ਰਿਗ। ਪੋਠੋਹਾਰ ਦੇ ਵਿੱਚ ਜਾਂ ਜਿਹੜੇ ਸਰਗੋਧੇ ਲੈਵਲ ਦੇ ਜਿਹੜੇ ਲੋਕ ਨੇ, ਉਹ ਇਹ ਲਫ਼ਜ਼ ਨੂੰ ਕਾਫੀ ਯੂਜ਼ ਕਰਦੇ ਨੇ। ਉਹਦੇ 'ਚ ਇਹ ਗੱਲ ਮੰਨੀ ਜਾਂਦੀ, ਜਦੋਂ ਸ਼ਬਦਕੋਸ਼ ਜਾਓਗੇ, ਕਿ ਜੇ ਕਿਸੇ ਨੂੰ 1000 ਵਾਰ ਫਿਟਕ ਪਾਣੀ ਹੋਏ, ਫਿਟਕਾਰ ਪਾਣੀ ਹੋਏ, ਗਾਲ ਕੱਢਣੀ ਹੋਏ, ਤੇ ਉਹਨੂੰ ਇੱਕ ਵਾਰੀ ਲਫ਼ਜ਼ ਕਹਿ ਦਿਓ, ਤ੍ਰਿਕਾਰ ਹੈ ਤੇਰੇ ਤੇ, ਤ੍ਰਿਗ ਹੈ ਤੇਰਾ ਜੀਵਨ, ਬਹੁਤ ਹੈ, ਅਨਫ। 1000 ਗਾਲ ਤੇ ਤ੍ਰਿਗ ਹੋਣਾ ਇੱਕ ਬਰਾਬਰ ਆ। ਗੁਰੂ ਬਾਬਾ ਜੀ ਕਹਿੰਦੇ ਸਾਡਾ ਖਾਣਾ ਤ੍ਰਿਕਾਰ ਯੋਗ ਆ। ਇੱਥੋਂ ਗੱਲ ਸ਼ੁਰੂ ਹੋ ਰਹੀ, ਜਿਹੜਾ ਪਤਾ ਸ਼ੁਰੂ ਹੋ ਰਿਹਾ। ਵਾਹਿਗੁਰੂ ਅਮਰਦਾਸ ਸਾਹਿਬ ਸੇਇੰਗ ਲਾਈਕ ਦੈਟ। ਇਹਦੀ ਡਿਟੇਲਡ ਡਿਸਕਸ਼ਨ ਜਿਹੜੀ ਹੈ ਆਉਂਦੇ ਕੱਲ ਕਰਨ ਦਾ ਯਤਨ ਹੋਏਗਾ, ਜਿਵੇਂ ਮਾਲਕ ਤੌਫੀਕੀਅਤ ਤੇ ਸਮਾਂ ਅਲਾਓ ਕਰੇਗਾ। ਅੱਜ ਵਾਸਤੇ ਸਮੇਂ ਨੇ ਕਿਉਂਕਿ ਆਪਣਾ ਸਫ਼ਰ ਮੁਕਾਤਾ ਆ, ਸੋ ਆਈ ਹੈਵ ਟੂ ਲੀਵ ਇਟ ਹੇਅਰ। ਆਪ ਸਮੂਹ ਸੰਗਤ ਦਾ ਬੜਾ ਧੰਨਵਾਦ ਪਾਰਟੀਸਪੇਟ ਕਰਨ ਵਾਸਤੇ, ਸੁਣਨ ਵਾਸਤੇ। ਇੱਥੇ ਸਮਾਪਤੀ ਕਰਦੇ ਹਾਂ। ਭੁੱਲਾਂ ਗਲਤੀਆਂ ਨਾ ਜਤਾਰਿਓ ਜੇ। ਢਾਡੀ ਵੀਰ ਆ ਗਏ ਨੇ, ਅਗਲੀ ਹਾਜ਼ਰੀ ਇਹ ਭਰਨਗੇ ਤੁਹਾਡੇ ਵਾਸਤੇ। ਸੋ ਇੱਥੇ ਹੀ ਮੈਨੂੰ ਮਾਫੀ ਦੇ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।